ਵਾਗੁਰੂ ਰਤਨਾਗੁਰੂ ਹਉ ਸਾਰ ਨ ਜਾਣਾ ਤੇਰੀ ਰਾਮ। ਸਾਰ ਨ ਜਾਣਾ ਤੂੰ ਵੱਡ ਦਾਣਾ, ਕਰ ਮਿਹਰ ਮਤ ਸਾਈਂ। ਕਿਰਪਾ ਕੀਜੈ ਸਾ ਮਤ ਦੀਜੈ, ਆਠ ਪਹਿਰ ਤੁਧ ਧਿਆਈ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਨ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਾਰਨ ਦੁਖ ਜਾਏ। ਹੋਵੈ ਸਿਵਤ ਖਸਮਦੀ, ਨੂਰ ਅਰਸੋਂ ਕੁਰਸੋਂ ਝੱਟੀਐ। ਤੁਧ ਡਿਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਵਾਹਿਗੁਰੂ ਜੀ ਪੈਰੋਂ ਮਹਿਲਾ ਪੰਜਵਾਂ। ਦਸ ਮਿਰਗੀ ਸਹਜੇ ਬੰਦ ਆਨੀ, ਪਾਂਚ ਮਿਰਗ ਬੇਦੇ ਸ਼ਿਵ ਕੀ ਬਾਨੀ। ਦਸ ਮਿਰਗੀ ਸਹਜੇ ਬੰਦ ਆਨੀ, ਪਾਂਚ ਮਿਰਗ ਬੇਦੇ ਸ਼ਿਵ ਕੀ ਬਾਨੀ। ਸੰਤ ਸੰਗ ਲੈ ਚੜਿਓ ਸ਼ਿਕਾਰ, ਮਿਰਗ ਪਕਰੇ ਬਿਨ ਘੋਰ ਹਥਿਆਰ। ਰਹਾਉ ਅਖੀਰ ਬਿਰਤ ਬਾਹਰ ਆਇਓ ਧਾਏ, ਅਹੇਰਾ ਪਾਇਓ ਘਰ ਕੈ ਗਾਏ। ਮਿਰਗ ਪਕਰੇ ਘਰ ਆਣੇ ਹਾਟ, ਚੁਖ ਚੁਖ ਲੈ ਗਏ ਬਾਂਡੇ ਬਾਟ। ਇਹ ਅਹੇਰਾ ਕੀਨੋ ਦਾਨ, ਨਾਨਕ ਕੈ ਘਰ ਕੇਵਲ ਨਾਮ। ਇਹ ਅਹੇਰਾ ਕੀਨੋ ਦਾਨ, ਨਾਨਕ ਕੈ ਘਰ ਕੇਵਲ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਜੀ ਸਰਬ ਸੁੱਖਾਂ ਦੇ ਦਾਤੇ, ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਬਖਸ਼ਿਸ਼ ਸਦਕਾ ਗੁਰੂ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਦਾ ਆਨੰਦ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਤ ਸੰਗਤ ਵਿੱਚ ਬੈਠ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਆਪ ਜੀ ਸਫਲ ਬਣਾ ਰਹੇ ਹੋ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਹਰ ਰੋਜ਼ ਜੋ ਆਪ ਜੀ ਸਰਵਣ ਕਰਦੇ ਹੋ, ਉਸ ਦੇ ਨਾਲ ਸੰਬੰਧਿਤ
ਸਤਿਗੁਰੂ ਜੀ ਦੇ ਇਹ ਪਾਵਨ ਅਮੋਲ ਬਚਨ ਆਪ ਜੀ ਪੈਰੋਂ ਰਾਗ ਵਿੱਚੋਂ ਸ਼ਰਵਣ ਕਰ ਰਹੇ ਸੀ। ਪਰਮਾਤਮਾ ਨੇ ਮਨੁੱਖੀ ਸਰੀਰ ਦੀ ਬਣਤਰ ਬੜੀ ਅਦਭੁਤ ਜੀ ਬਣਾਈ ਹੋਈ ਹੈ। ਜਿੱਥੇ ਬਾਹਰਲੇ ਇੰਦਰੀ ਇਸ ਨੂੰ ਬਖਸ਼ੇ ਨੇ, ਅੰਦਰ ਇੱਕ ਅੰਤਸ਼ਕਰਨ ਬਖਸ਼ੇ ਹੈ, ਸੁਰਤ ਮਤ ਮਨ ਬੁੱਧ ਉਹਦੇ ਭੇਦ ਨੇ। ਉੱਥੇ ਸਾਡੇ ਇਸ ਹਿਰਦੇ ਦੇ ਅੰਦਰ ਕਈ ਤਰ੍ਹਾਂ ਦੇ ਜਜ਼ਬੇ ਪਰਮਾਤਮਾ ਨੇ ਰੱਖੇ ਨੇ। ਕੋਮਲਤਾ ਵੀ ਰੱਖੀ ਹੈ ਤੇ ਕਠੋਰਤਾ ਵੀ ਰੱਖੀ ਹੋਈ ਹੈ। ਕੋਮਲਤਾ ਦੇ ਵਿੱਚੋਂ ਪਿਆਰ ਪੈਦਾ ਹੁੰਦਾ ਹੈ, ਕੋਮਲਤਾ ਦੇ ਵਿੱਚੋਂ ਨਿਮਰਤਾ ਪੈਦਾ ਹੁੰਦੀ ਹੈ, ਕੋਮਲਤਾ ਦੇ ਵਿੱਚੋਂ ਸ਼ਾਂਤੀ ਪੈਦਾ ਹੁੰਦੀ ਹੈ। ਇਸ ਤਰ੍ਹਾਂ ਜੋ ਕਠੋਰਤਾ ਹੈ ਉੱਥੋਂ ਅਣਖ ਪੈਦਾ ਹੁੰਦੀ ਹੈ, ਸੂਰਬੀਰਤਾ ਪੈਦਾ ਹੁੰਦੀ ਹੈ। ਜਿਹੋ ਜੀ ਕਿਸੇ ਮਨੁੱਖ ਨੂੰ ਸੰਗਤ ਮਿਲਦੀ ਹੈ, ਉਹ ਜਿਹੇ ਗੁਣ ਉਹਦੇ ਅੰਦਰੋਂ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਨੇ। ਜਿਹੜਾ ਕੇਵਲ ਸੂਰਬੀਰਾਂ ਦੀ, ਯੋਧਿਆਂ ਦੀ, ਲੜਾਈਆਂ ਦੀ, ਜੰਗਾਂ ਯੁੱਧਾਂ ਦੀ ਗੱਲ ਕਰਦਾ ਰਹੇ, ਸੁਣਦਾ ਰਹੇ, ਉਹਦੇ ਅੰਦਰ ਕਠੋਰਤਾ ਪ੍ਰਬਲ ਹੋ ਜਾਂਦੀ। ਉਹ ਸਹਿਜੇ ਸਹਿਜੇ ਅੰਦਰੋਂ ਜ਼ਾਲਮ ਸੁਭਾਅ ਵਾਲਾ ਬਣ ਜਾਂਦਾ ਹੈ। ਸੂਰਬੀਰ ਬਣਦਾ ਉਹ ਸਹਿਜੇ ਸਹਿਜੇ ਜ਼ਾਲਮ ਸੁਭਾਅ ਵਾਲਾ ਬਣ ਜਾਂਦਾ ਹੈ। ਜਿਹੜਾ ਕੇਵਲ ਦੁਨਿਆਵੀ ਤੌਰ 'ਤੇ ਭਗਤੀ ਭਾਵ ਵਾਲੇ ਬੰਨੇ, ਧਰਮ ਵਾਲੇ ਬੰਨੇ ਲੱਗਿਆ ਰਹੇ, ਉਹਦੇ ਅੰਦਰੋਂ ਨਿਮਰਤਾ, ਸ਼ਾਂਤੀ, ਕੋਮਲਤਾ ਪੈਦਾ ਹੁੰਦੀ ਹੈ। ਪਰ ਸਹਿਜੇ ਸਹਿਜੇ ਇਹ ਗੁਣ ਕਈ ਵਾਰੀ ਕਾਇਰਤਾ ਵੱਲ ਵੀ ਮਨੁੱਖ ਨੂੰ ਲੈ ਜਾਂਦਾ ਹੈ। ਗੁਰੂ ਸਾਹਿਬਾਨ ਨੇ ਸਾਨੂੰ ਬੈਲੈਂਸ ਰੱਖਣ ਦੀ ਗੱਲ ਕਹੀ ਹੈ। ਸਤਿਗੁਰੂ ਜੀ ਨੇ ਸੰਤ ਸਿਪਾਹੀ ਦਾ ਜ਼ਿਕਰ ਕੀਤਾ ਹੈ। ਅੰਦਰ ਕੋਮਲਤਾ ਤੇ ਕਠੋਰਤਾ ਦੋਵਾਂ ਦਾ ਬੈਲੈਂਸ ਬਣਿਆ ਰਹੇ। ਅੰਦਰ ਨਿਮਰਤਾ ਵੀ ਹੋਏ ਪਰ ਅੰਦਰ ਸਵੈਮਾਨ ਵੀ ਹੋਏ, ਅੰਦਰ ਵੀਰ ਰਸ ਵੀ ਹੋਵੇ, ਅੰਦਰ ਸ਼ਾਂਤੀ ਵੀ ਹੋਵੇ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਜਦੋਂ ਆਪਾਂ ਪੜ੍ਹਦੇ ਹਾਂ, ਸਤਿਗੁਰੂ ਜੀ ਨੇ ਕਈ ਅਲੰਕਾਰ ਵਰਤ ਕੇ ਗੁਰਬਾਣੀ ਦੇ ਰਾਹੀਂ ਸਾਨੂੰ ਸਮਝਾਇਆ। ਸਾਡੇ ਸਰੀਰ ਦੇ ਅੰਦਰ ਜਦੋਂ ਕੇਵਲ ਔਗੁਣ ਭਾਰੂ ਹੋ ਜਾਂਦੇ ਨੇ, ਕ੍ਰੋਧ ਭਾਰੂ ਹੋ ਗਿਆ, ਹੰਕਾਰ ਭਾਰੂ ਹੋ ਗਿਆ, ਅਨੇਕ ਤਰ੍ਹਾਂ ਦੇ ਵਿਕਾਰ ਮਨੁੱਖ ਦੇ ਉੱਪਰ ਭਾਰੂ ਹੋ ਜਾਂਦੇ ਨੇ, ਕਬਜ਼ਾ ਕਰ ਲੈਂਦੇ ਨੇ, ਉਹਨਾਂ ਤੋਂ ਕਿਸੇ ਤਰੀਕੇ ਨਾਲ ਨਹੀਂ ਬਚਿਆ ਜਾ ਸਕਦਾ। ਤੁਸੀਂ ਕਹੋ ਕਿ ਕੋਈ ਜਪ ਤਪ ਕਰਾਂਗੇ ਜਾਂ ਕੋਈ ਹੱਠ ਕਰਾਂਗੇ ਤੇ ਕ੍ਰੋਧ ਤੋਂ ਬਚ ਜਾਵਾਂਗੇ, ਇਹ ਕੋਈ ਸਾਧਨ ਨਹੀਂ ਹੈ। ਸਤਿਗੁਰੂ ਜੀ ਨੇ ਸਾਨੂੰ ਸਾਧਨ ਦਿੱਤਾ ਹੈ ਕਿ ਇਹਨਾਂ ਤੋਂ ਬਚਣ ਦੇ ਲਈ ਸਤ ਸੰਗਤ ਹੀ ਸਭ ਤੋਂ ਵੱਡਾ ਓਟ ਆਸਰਾ ਹੈ। ਸਤ ਸੰਗਤ ਦੇ ਰਾਹੀਂ ਮਨੁੱਖ ਅੰਦਰਲੇ ਵੈਰੀਆਂ ਨੂੰ ਜਿੱਤਦਾ ਹੈ। ਬਾਹਰਲੀਆਂ ਜਿੱਤਾਂ ਜਿੱਤਣਾ ਇੱਕ ਵੱਖਰੀ ਗੱਲ ਹੈ। ਬਾਹਰਲੀਆਂ ਜਿੱਤਾਂ ਜਿੱਤਣ ਨਾਲ ਕੋਈ ਜੇਤੂ ਨਹੀਂ ਬਣ ਜਾਂਦਾ, ਜਾਂ ਇਵੇਂ ਕਹ ਲਓ ਜ਼ਿੰਦਗੀ ਅੰਦਰ ਸਫਲ ਇਨਸਾਨ ਨਹੀਂ ਬਣ ਜਾਂਦਾ। ਵੱਡੇ ਵੱਡੇ ਦੁਨੀਆ ਦੇ ਉਹ ਲੋਕ ਜਿਨ੍ਹਾਂ ਨੇ ਬਹੁਤ ਜਿੱਤਾਂ ਪ੍ਰਾਪਤ ਕੀਤੀਆਂ ਪਰ ਜ਼ਿੰਦਗੀ ਦੀ ਬਾਜੀ ਹਾਰ ਕੇ ਚਲੇ ਗਏ। ਕੇਵਲ ਬਾਹਰਲੀਆਂ ਜਿੱਤਾਂ ਜਿੱਤਣ ਨਾਲ ਕੋਈ ਜੇਤੂ ਨਹੀਂ ਹੈ। ਜੇਤੂ ਕੋਈ ਮਨੁੱਖ ਉਦੋਂ ਬਣਦਾ ਜਦੋਂ ਅੰਦਰਲੇ ਨੂੰ ਵੀ ਜਿੱਤ ਲੇ, ਜਦੋਂ ਮਨ ਨੂੰ ਜਿੱਤ ਲੇ, ਜਦੋਂ ਵਿਕਾਰਾਂ ਦੇ ਉੱਪਰ ਫਤਿਹ ਪ੍ਰਾਪਤ ਕਰ ਲੇ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਅਲੰਕਾਰ ਵਰਤਿਆ ਇੱਕ ਥਾਂ ਅਖਾੜੇ ਦਾ। ਅਖਾੜੇ ਵਿੱਚ ਜਿਵੇਂ ਕੁਸ਼ਤੀਆਂ ਹੁੰਦੀਆਂ ਨੇ, ਘੋਲ ਹੁੰਦੇ ਨੇ, ਪਹਿਲਵਾਨ ਆਪਸ ਵਿੱਚ ਘੁਲਦੇ ਨੇ, ਜਿਹੜਾ ਢਾਹ ਲਏ ਉਹਨੂੰ ਤਗੜਾ ਗਿਣਿਆ ਜਾਂਦਾ ਹੈ। ਸਤਿਗੁਰੂ ਜੀ ਨੇ ਅਖਾੜੇ ਦਾ ਜ਼ਿਕਰ ਕਰਦਿਆਂ ਵਤ ਵੱਜਣ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨਿਹਤੇ ਪੰਜ ਜਵਾਨ ਮੈਂ, ਗੁਰ ਥਾਪੀ ਦਿੱਤੀ ਕੰਡ ਜੀਓ। ਸਾਹਿਬ ਜੀ ਕਹਿੰਦੇ ਕਿ ਸੂਰਮੇ ਮੱਲ ਜਿਹੜੇ ਨੇ ਉਹ ਫੇਰੀਆਂ ਲੈ ਰਹੇ ਨੇ, ਢੋਲ ਟਮਕਾ ਵੱਜ ਰਿਹਾ ਹੈ, ਪਰ ਜਦੋਂ ਮੇਰੇ ਤੇ ਗੁਰੂ ਦੀ ਮਿਹਰ ਹੋਈ, ਮੈਂ ਪੰਜਾਂ ਜਵਾਨਾਂ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਕਾਬੂ ਕਰ ਲਿਆ, ਨੀਣ ਲਿਆ। ਕਿਤੇ ਸਤਿਗੁਰੂ ਜੀ ਨੇ ਇਹਨਾਂ ਨੂੰ ਡਾਕੂਆਂ ਦੇ ਨਾਲ ਵੀ ਤੁਲਨਾ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹੀਏ, ਸਗਲ ਸ੍ਰਿਸ਼ਟ ਕੇ ਪੰਚ ਸਿਕਦਾਰ, ਰਾਮ ਭਗਤ ਕੇ ਪਾਣੀ ਹਾਰ। ਕਿਤੇ ਇਹਨਾਂ ਨੂੰ ਚੌਧਰੀ ਕਿਹਾ ਹੈ, ਕਿਤੇ ਇਹਨਾਂ ਨੂੰ ਡਾਕੂ ਕਿਹਾ ਹੈ। ਇਹ ਪੰਜ ਵਿਕਾਰ ਜਿਹੜੇ ਨੇ, ਇਹਨਾਂ ਨੂੰ ਕਾਬੂ ਕਰਨ ਦੇ ਲਈ ਸਤਿਗੁਰੂ ਜੀ ਨੇ ਕਈ ਤਰ੍ਹਾਂ ਦੀਆਂ ਉਦਾਹਰਣਾਂ ਵਰਤ ਕੇ ਫਿਰ ਜੁਗਤ ਇੱਕੋ ਹੀ ਦਰਸਾਈ ਹੈ ਕਿ ਸਤ ਸੰਗਤ। ਬਾਬਾ ਕਬੀਰ ਸਾਹਿਬ ਜੀ ਦਾ ਇੱਕ ਪਵਿੱਤਰ ਸ਼ਬਦ ਹੈ ਜਿਹਦੇ ਅੰਦਰ ਉਹ ਇਹ ਗੱਲ ਇੱਕ ਕਿਲੇ ਦੀ ਕਰਦੇ ਨੇ। ਜਿਵੇਂ ਕਿਲੇ ਵਿੱਚ ਰਾਜਾ ਬਾਗੀ ਹੋ ਕੇ ਨਹੀਂ ਬੈਠ ਜਾਂਦਾ,
और उस राजे नूं जितना बड़ा औखा है। किले दे अंदर भी है, बाहर भी सुरक्षा के बड़े साधन ने। बाबा कबीर साहब जी कहते कि ये मन मवासी राजा बन के शरीर रूपी किले अंदर बैठ गया है। अनेकां विकार इहदी रखिया दे लई ने, इहनूं बचाउण दे लई ने। इन्हां तो बचण दा साधन की है? प्रेम पलीता सुरत हवाई, गोला ज्ञान चढ़ाया, ब्रह्म अग्न सहजे प्रजाली, एक है चोट समझाया। और इत्थे बस ने भगवत पीर सख्त सिमरन की कटी काल पै फासी, दास कबीर चढ़ियो गढ़ ऊपर राज लियो अविनाशी। सत संतोख ले लड़ने लागा तोरे दोए दरवाजा, साध संगत अर गुर कृपा ते पकड़ियो गढ़ को राजा। सत संगत अते गुरु दी कृपा। भगवत पीर सख्त सिमरन का अर्थ ये है कि रब दे प्यारियां दी जिथे पीड़ होए, सत संगत ते परमात्मा दा सिमरन, ये दो साधन ने जिन्हां दे राही कोई मनुख अपने मन विचले वैरियां नूं काबू कर सकता है, उन्हां दे उपर जित प्राप्त कर सकता है। गुरबाणी च बेअंत थावां ते सतगुरु जी ने इन्हां ते जित प्राप्त करन दे लई जुगत केवल तां केवल सतसंगत दसी है। एक थां ते सतगुरु जी दे बचन कि चार बरन चौवां के मर्दन खड़ दर्शन कर तली रे, सुंदर सुगर स्वरूप सियाने पंचो ही मोछली रे, जिन मिल मारे पंच सूरबीर, ऐसो कौन बली रे। ते अखीर ते सतगुरु जी ने दस्या कि किहड़े ने बली जिन्हां ने इहनूं जित्तिया। कहो नानक तिन जन निर्दलिया, साध संगत कै झली रे। जिवें किसी शिकार नूं फड़ना होए, जानवर नूं पशु नूं फड़ना होए जंगल विच जाके ते घेर के उहनूं दरख्तां दी झिड़ी जी विच लिआंदा जांदा है, झल विच लिआंदा जांदा है, उत्थे घेर के शिकारी जिहड़े उहनूं काबू कर लैंदे ने। गुरु साहब जी कहंदे कि इन्हां विकारां नूं काबू कीता सत संगत दे झल विच आके। सतगुरु सच्चे पातशाह जी ने एक तां दे बड़े प्यारे वचन के कि राख पिता प्रभ मेरे, मोए निर्गुण सब गुण तेरे, पंच बिखादी एक गरीबा, राखो राखन हारे, खेद करें अर बौद्ध संतावे, आयो शरण तुहारे। कर कर हारियो अनक बहु भांति, छोड़ने कतहु नहीं, एक बात सुनता की ओटा, साध संगत मिट जाई। परमात्मा जी मैं निर्गुण हाँ, सारे गुण तुहाडे ने, बख्शिश कीते ने तुहाडे कोल ने, पर जिहड़े पंच बिखादी, पंच झंगड़ालू मेरे अंदर बैठे ने, नित मैनू तंग करते ने, नित मैनू सताउंदे ने, नित लुटते ने, कुटते ने, इन्हां तो मैनू बचा लो। बड़े जतन कीते कर कर हारियो अनक बहु भांति, छोड़े कतहू नाही। बड़े जतन करके देख ले, ये मैनू छड्डदे ही नहीं, इन्हां तो खैड़ा छुड़दा ही नहीं मेरा। हार के मैनू पता लगा कि साध संगत मिट जाई, सत संगत विच जाके ये मिट सकते हैं, सत संगत विच जाके काबू आ सकते हैं। अज दा जो पवित्र मुखवाक आप जी सरवण कर रहे हो, धन गुरु अर्जन देव जी महाराज का बख्शिश किया होया, ਇਹਦੇ अंदर भी सतगुरु जी ने इन्हां विकारां नूं मिर्गां दे नाल तुलना दिती है, हिरणां दे नाल तुलना दिती है। मिर्ग जिहड़े ने जंगल विच जिवें भज्जे फिरदे ने, उन्हां नूं काबू करन दी लोड़ है। इदां ये पंज विकार साडे ये इंद्रे साडे शरीर दे जंगल विच मन मर्जी कर रहे ने, इन्हां नूं किवें जितना है, इन्हां नूं किवें मारना है। धन गुरु अर्जन देव जी जो जुग दर्शा रहे ने, आओ आपां मिल के गुरु के ये पावन अमोल बचनां दी विचार साझी करिए। सतगुरु जी दे प्यार विच जुड़दे आ, मन बिरतियां नूं टिकाउंदे आ, मुख तो सारे ही उचारण करिए जी सतनाम वाहिगुरु साहिब जी। पैरों महला पंजवा, 10 मिर्गी सहजे बंद आनी, 5 मिर्ग बेदे शिव की बानी। पैरों राग दा ये मुख वाक जो गुरु अर्जन देव जी का उचारण किया होया, गुरु ग्रंथ साहिब जी के पावन अंक 1136 ते अंकित है। इस दियां रहाओ वालियां पंक्तियां ने कि संत संग ले चढ़े हो शिकार, मृग पकड़े बिन घोर हथियार। संत संग ले चढ़े हो शिकार, कहने लगे मैं सत संगत नूं नाल लैके ना फिर शिकार करन लई चढ़िया। सत संगत तो बिना
इन्हां दा शिकार किया ही नहीं जा सकता। इन्हां नूं जितण दे लई जिवें आपां देखदे टीम वर्क हुंदा है ना, उस तरीके नाल इन्हां ते जित प्राप्त की जा सकती है। इकल्ले तौर पर कोई मनुख रब की बंदगी करे भागां वाला है भाई, कोई धर्म कर्म करदा सब सत्कारयोग ने, पर जिथों तक मन नूं जितण दी गल है जां विकारां ते जित प्राप्त करन दी गल है, ਉਹਦੇ ਲਈ ਸਭ ਤੋਂ महान ते सौखा साधन सानू साडे सतगुरु जी ने बख्शिया सत संगत। बाबा फरीद साहब जी ने एक बचन किया सी, इकल्ला मनुख तुरिया जाए रस्ते च रुकावट आ जाए, बंदा 100 सोचां सोचदा है कि पता नहीं इनू मैं पार कर सकां कि ना कर सकां। लेकिन काफले नाल चलीए आपां ते तगड़ियां वल देख के कमजोरां दा भी हौसला वध जांदा है, वो भी दलेर बन जाते हैं, उस रुकावट नूं पार कर लेंदे ने। भगत जी का बचन कि छैल लंघन दे पार गोरी मन धीरिया। छैल दा अर्थ जिहड़े बांके छैल छबीले तगड़े जवान ने, वो जदों किसी रुकावट नूं पार करते हैं तो उन्हां वल देख के, गोरी दा अर्थ इत्थे इस्त्री है, भाव इत्थे कमजोर तो है, उन्हां वल देख के जवानां वल देख के कमजोरां दे मन च भी धीरज आ जांदा है। सत संगत वो स्थान है जिथे आप वाहिगुरु जी के प्यार च जुड़ियां वल देख के साडे अंदर भी चाओ जागदा, तिन्ना देख मन चाओ उठंदा हूँ कद पाई गुण तासा। सत संगत विच आके साडे अंदर ज्ञान वसदा है, साडे अंदर मनोबल वसदा है। गुरबाणी विच सत संगत की सतगुरु जी ने बेअंत थावां ते वडियाई कीती है। बाबा कबीर साहब जी कहते जिवें गंगा के संग सलता बिगरी, सो सलता गंगा होए निवरी। सलता कहते नदी नूं, कोई चंगी कोई माड़ी नदी जिहड़ी भी गंगा च डिगे उहनूं गंगा ही कहा जाता है, वह गंगा बन जाती है। चंदन कोल रहण वाला बनस्पति सारी खुशबूदार हो जाती है। बाबा कबीर साहब जी कहते चंदन के संग तरवर विरे गयो, सो तिरवर चंदन होए निवरियो। संतन संग कबीरा बिगरियो। जिवें चंदन कोल रहन वाली बनस्पति चंदन वांगू सुगंधित हो जाती है, रब दे प्यारियां कोल बैठ के सतसंगत विच बैठ के मनुख भी अंदरों रब्बी गुणा दे नाल भरपूर हो जाता है। साहब जी कहते ने कि साडे अंदर जिहड़े विकार ने अवगण ने, उन्हां नूं मारन दे लई संत संग ले चढ़े हो शिकार। सत संगत दा साथ लैके, रवि प्यारियां दा साथ लैके मैं इन्हां बुराइयां दा अपने अंदर जिहड़े विकार ने उन्हां ते शिकार करन लई चढ़ पिया, चल पिया। मिर्ग पकड़े बिन घोर हथियार। घोर मैना घोड़े, हथियार मैना हथियार, जिवें हथियार लैके शिकारी जंगल जांदा राइफल लैके जां होर छवियां गड़ासे लैके जांदा है। कहण लगे मैं जदों सत संगत विच आया, सत संगत की कृपा सदका मेरे अंदर जिहड़े 5 मिर्ग सन, काम क्रोध लोभ मोह हंकार, जिहड़े नित चुंगियां भरदे सन। मिर्ग का सुभाव की है, वह हरी हरी घाह वल जांदा है। विकारां का सुभाव की है, नित चस्कियां वल जांदे ने, दुनियावी स्वादां वल भजदे ने, कई तरह के विकारां वल भजदे ने। साहब जी कहते कि जदों मैं संत संगत का साथ लिया, फिर मिर्ग पकड़े बिन घोर हथियार, बिना ही घोड़ियां बिना हथियारों तो मैं अपने अंदरले जिहड़े 5 मिर्ग सन वो काबू कर ले। काम क्रोध लोभ मोह हंकार नूं पकड़ लिया। गुरबाणी कहती है कि इन्हां नूं पकड़न दे लई सत संगत ही साडी मददगार बन सकती है। सतगुरु जी ने आरंभ तो बचन कहे, 10 मिर्गी सहजे बंद आनी। मिर्गी मैना मिर्गणियां जिन्हों आप हिरणियां कह सकते हैं। 10 मिर्गी दर साडे जिहड़े ये 10 इंद्रे ने, इंद्रियां ने साडियां, जिवें अखां ने, नक है, कन है, ये सारे इंद्रे ने जिन्ने भी, जिहड़े नित चस्कियां वाले बन्ने लगे रहिंदे ने। अखियां जिहड़ियां ने वो पर रूप नूं पर धन नूं तक्कण लई बड़ियां उतावलियां रहिंदियां ने। कन चुगली निंदा सुणन लई बड़े काले रहिंदे ने। रसना तरह तरह के स्वादां नूं मानण दे लई बड़ी उतावली रहिंदी है। इस तरीके नाल जिन्ने भी साडे इंद्रे ने वो वखरे वखरे पासे लगे ने। अनेकां ही इन्हां दी भटकणां दा कारण है।
ਸਾਹਿਬ ਜੀ ਕਹਿੰਦੇ ਨੇ, ਜਦੋਂ ਮੈਂ ਸਤ ਸੰਗਤ ਨਾਲ ਜੁੜਿਆ, ਦਸ ਮਿਰਗੀ ਸਹਿਜੇ ਬੰਦ ਆਨੀ, ਆਤਮਿਕ ਅਡੋਲਤਾ ਵਿੱਚ ਟਿਕੇ। ਸਹਿਜ ਦਾ ਅਰਥ ਹੈ ਆਤਮਿਕ ਅਡੋਲਤਾ, ਆਤਮਿਕ ਗਿਆਨ। ਅੱਖਾਂ ਮੀਟੀਆਂ ਇਹ ਕਾਬੂ ਨਹੀਂ ਹੋਣੇ, ਜਾਂ ਕੇਵਲ ਹੱਠ ਕੀਤਿਆਂ ਇਹ ਕਾਬੂ ਨਹੀਂ ਆਉਣੇ। ਇਹਨਾਂ ਨੂੰ ਕਾਬੂ ਕਰਨ ਦਾ ਅਰਥ ਹੈ, ਰਸਤਾ ਹੈ ਕਿ ਸਤ ਸੰਗਤ ਵਿੱਚ ਆ ਕੇ ਜੁੜੀਏ। ਸਤ ਸੰਗਤ ਰਾਹੀਂ ਸਾਡੇ ਅੰਦਰ ਗਿਆਨ ਪ੍ਰਾਪਤ ਹੋਵੇਗਾ। ਸਤ ਸੰਗਤ ਦੇ ਰਾਹੀਂ ਸਾਡੇ ਮਨ ਦੇ ਅੰਦਰ ਇੱਕ ਅਵਸਥਾ, ਇੱਕ ਲੈਵਲ ਪੈਦਾ ਹੋਏਗਾ, ਜਿਸਨੂੰ ਆਪਾਂ ਕਹਿੰਦੇ ਆਤਮਿਕ ਅਡੋਲਤਾ। ਮਨ ਦੀ ਭਟਕਣਾ, ਮਨ ਦੀ ਦੁਈ ਦਵੈਤ ਪੂਰਨ ਤੌਰ ਤੇ ਮਿਟ ਜਾਏਗੀ, ਮਨ ਐਨ ਟਿਕ ਜਾਏਗਾ। ਸਹਿਜ, ਸਹਿਜ ਦਾ ਅਰਥ ਹੁੰਦਾ ਹੈ ਜਿਹੜਾ ਸੁਭਾਅ ਸਾਡੇ ਨਾਲ ਜਨਮਿਆ ਹੈ। ਜਦੋਂ ਅਸੀਂ ਜਨਮੇ ਸਾਂ, ਧਰਤੀ ਤੇ ਆਏ ਸਾਂ, ਜਦੋਂ ਉਹ ਸੀ ਸੁਭਾਅ ਸਾਡਾ। ਉਹ ਸੁਭਾਅ ਕਿਹੜਾ ਸੀ? ਅਸੀਂ ਕਹਿੰਦੇ ਕਿ ਬੱਚਾ ਤਾਂ ਰੱਬ ਦਾ ਰੂਪ ਹੁੰਦਾ ਹੈ। ਬੱਚਾ ਦੇਖੋ ਕਿੰਨਾ ਭੋਲਾ ਹੁੰਦਾ ਹੈ, ਕਿਸੇ ਨਾਲ ਕੋਈ ਵੈਰ ਨਹੀਂ ਹੈ, ਕਿਸੇ ਨਾਲ ਕੋਈ ਈਰਖਾ ਨਹੀਂ ਹੈ। ਜਿਹੜਾ ਉਹਨੂੰ ਪਿਆਰ ਕਰੇ ਉਹਦੇ ਨਾਲ ਹੀ ਤੁਰ ਪੈਂਦਾ ਹੈ। ਸਾਡਾ ਸੁਭਾਅ ਉਹ ਸੀ ਜੋ ਰੱਬੀ ਸੁਭਾਅ ਹੁੰਦਾ ਹੈ, ਲੇਕਿਨ ਉਹ ਗਵਾਚ ਗਿਆ। ਇਹ ਜਿਹੜਾ ਹੁਣ ਸੁਭਾਅ ਹੈ, ਸਾਡਾ ਸੁਭਾਅ ਨਹੀਂ, ਇਹ ਤਾਂ ਪ੍ਰਭਾਵ ਹੈ। ਪ੍ਰਭਾਵ, ਜਿੱਦਾਂ ਦੀ ਸਾਨੂੰ ਸੰਗਤ ਮਿਲੀ, ਜਿੱਦਾਂ ਦੇ ਮਾਹੌਲ 'ਚ ਅਸੀਂ ਰਹੇ, ਜਿੱਦਾਂ ਦੀ ਸਾਨੂੰ ਸੁਸਾਇਟੀ ਮਿਲੀ, ਉੱਦਾਂ ਦਾ ਸਾਡਾ ਸੁਭਾਅ ਬਣ ਜਾਂਦਾ ਹੈ। ਇਹ ਸੁਭਾਅ ਨਹੀਂ, ਇਹ ਪ੍ਰਭਾਵ ਹੈ। ਸਾਡੇ ਤੇ ਪ੍ਰਭਾਵ ਪੈ ਗਿਆ। ਸਰੋਵਰ ਦਾ ਪਾਣੀ ਹੈ ਨਾ, ਉਹ ਸਾਫ਼ ਹੈ, ਪਰ ਹਵਾ ਚੱਲੀ, ਕੱਖ ਕਾਨ ਉੱਡ ਕੇ ਪੈ ਗਿਆ, ਪਾਣੀ ਢੱਕਿਆ ਗਿਆ। ਉਹ ਸਰੋਵਰ ਦਾ ਪਾਣੀ ਨਹੀਂ ਹੈ, ਉਹ ਤੇ ਬਾਹਰਲਾ ਪ੍ਰਭਾਵ ਹੈ। ਉਹ ਤੇ ਪਰੇ ਕਰਾਂਗੇ ਤੇ ਅੰਦਰੋਂ ਪਾਣੀ ਨਿਕਲੇਗਾ। ਇਦਾਂ ਹੀ ਸਾਡੇ ਉੱਪਰ ਪਿਆ ਹੋਇਆ ਮਾਇਆ ਦਾ ਪ੍ਰਭਾਵ। ਉਹਦੇ ਕਰਕੇ ਜੋ ਅਸੀਂ ਕਰ ਰਹੇ ਹਾਂ, ਜੋ ਸੁਣ ਰਹੇ, ਜੋ ਬੋਲਦੇ ਹਾਂ, ਇਹ ਸਾਡਾ ਸੁਭਾਅ ਨਹੀਂ ਹੈ। ਮਨੁੱਖ ਦਾ ਸੁਭਾਅ ਈਰਖਾ ਕਰਨਾ ਨਹੀਂ ਹੈ। ਮਨੁੱਖ ਦਾ ਸੁਭਾਅ ਲੋਕਾਂ ਦਾ ਨੁਕਸਾਨ ਕਰਨਾ ਨਹੀਂ ਹੈ। ਮਨੁੱਖ ਤਾਂ ਇਸ ਧਰਤੀ ਦਾ ਰਾਜਾ ਹੈ, ਮਹਾਨ ਹੈ, ਪਰ ਜੋ ਕੁਝ ਮਨੁੱਖ ਕਰ ਰਿਹਾ ਹੈ ਨਾ, ਉਹ ਪ੍ਰਭਾਵ ਕਰਕੇ ਕਰ ਰਿਹਾ ਹੈ। ਕਈ ਵਾਰੀ ਆਪਾਂ ਦੇਖਦੇ ਕੋਈ ਬੰਦੇ ਔਗਣ ਕਰਨ, ਬੁਰਾਈਆਂ ਕਰਨ ਤੇ ਕਾਬੂ ਆ ਜਾਣ, ਫਿਰ ਪਤਾ ਕੀ ਕਹਿੰਦੇ, ਐਵੇਂ ਮੇਰੀ ਮੱਤ ਤੇ ਹੀ ਪੜਦਾ ਪੈ ਗਿਆ। ਮੈਂ ਤੇ ਲੋਕਾਂ ਵੱਲ ਦੇਖਾ ਦੇਖੀ, ਕਿਸੇ ਦੇ ਕਹਿਣ ਤੇ ਜਾਂ ਮਨ 'ਚ ਲਾਲਚ ਆ ਗਿਆ, ਮਨ ਦੇ ਵਿੱਚ ਖਿਆਲ ਆ ਗਿਆ, ਉਹ ਮੱਤ ਤੇ ਜਿਹੜਾ ਪੜਦਾ ਪੈਂਦਾ ਨਾ, ਉਹ ਸਾਡਾ ਸੁਭਾਅ ਨਹੀਂ ਹੈ, ਉਹ ਤਾਂ ਬਾਹਰਲਾ ਅਸਰ ਹੈ। ਇਸ ਕਰਕੇ ਜਦੋਂ ਉਹ ਅਸਰ ਮਿਟੇਗਾ, ਉਹ ਅਸਰ ਕਦੋਂ ਮਿਟੇਗਾ? ਉਹ ਮਿਟੇਗਾ ਜਦੋਂ ਸਤ ਸੰਗਤ ਨਾਲ ਜੁੜਾਂਗੇ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਕਵਿਤ ਲਿਖਿਆ ਬੜਾ ਪਿਆਰਾ, ਕਹਿਣ ਲੱਗੇ, ਜੈਸੇ ਤੋ ਬਸਨ ਮਿਲ ਅੰਗ ਸੰਗ ਹੋਏ ਹੈ ਮਲੀਨ, ਸਲਲ ਸਾਬਨ ਮਿਲ ਉਜਲ ਹੋਤ ਹੈ। ਬਸਨ ਕਹਿੰਦੇ ਬਸਤਰਾਂ ਨੂੰ, ਕੱਪੜਿਆਂ ਨੂੰ। ਕੱਪੜੇ ਪਾਈ ਜਾਓ, ਸਰੀਰ ਨਾਲ ਲੱਗ ਕੇ ਪਸੀਨੇ ਦੇ ਨਾਲ, ਮਿੱਟੀ ਕੱਟੇ ਦੇ ਨਾਲ ਉਹ ਮੈਲੇ ਹੋ ਜਾਂਦੇ ਨੇ, ਉਹਨਾਂ ਦਾ ਰੰਗ ਜਿਹੜਾ ਨਾ ਉਹ ਬਦਲ ਜਾਂਦਾ ਹੈ। ਪਰ ਜਦੋਂ ਸਾਬਣ ਪਾਣੀ ਨਾਲ ਧੋ ਲਓ ਤੇ ਉਜਲ ਹੋ ਜਾਂਦੇ ਨੇ। ਜੈਸੇ ਤੋ ਸਰੋਵਰ ਕੇ ਸਿਵਾਲ ਕੇ ਅਛਾਦਿਓ ਜਲ, ਝੋਲ ਪੀਏ ਨਿਰਮਲ ਦੇਖੀਏ ਅਛੋਤ ਹੈ। ਸਰੋਵਰ ਦਾ ਪਾਣੀ ਕੱਖ ਕਾਨ ਨਾਲ ਢਕਿਆ ਜਾਂਦਾ ਹੈ, ਪਰ ਜਦੋਂ ਆਪਾਂ ਹੱਥ ਨਾਲ ਪਰੇ ਕਰ ਲਈਏ, ਕੱਖ ਕਾਨ ਵਿੱਚੋਂ ਪਾਣੀ ਨਿਕਲ ਆਉਂਦਾ ਹੈ। ਜੈਸੇ ਨਿਸ ਅੰਧਕਾਰ ਤਾਰ ਕਾ ਚਮਤਕਾਰ, ਹੋਤ ਉਜਿਆਰੋ ਦਿਨ ਕਰ ਕੈ ਅਧੋਤ ਹੈ। ਨਿਸ ਕਹਿੰਦੇ ਨੇ ਰਾਤ ਨੂੰ, ਅੰਧਕਾਰ ਕਹਿੰਦੇ ਹਨੇਰੇ ਨੂੰ। ਰਾਤ ਨੂੰ ਹਨੇਰਾ ਹੁੰਦਾ ਹੈ, ਹਨੇਰੇ ਵਿੱਚ ਕੁਝ ਵੀ ਸਾਨੂੰ ਨਜ਼ਰ ਨਹੀਂ ਆਉਂਦਾ, ਪਰ ਜਦੋਂ ਦਿਨ ਚੜ੍ਹੇ, ਸੂਰਜ ਚੜ੍ਹ ਜਾਏ, ਜੋ ਕੁਝ ਵੀ ਆਸੇ ਪਾਸੇ ਸਭ ਕੁਝ ਐਨ ਸਾਨੂੰ ਸਾਫ਼ ਨਜ਼ਰ ਆਉਂਦਾ ਹੈ। ਕਹਿਣਗੇ ਤੈਸੇ ਮਨ ਮੋਹ ਮਾਇਆ ਮਿਲ ਮਿਲਤ ਹੋਤ ਹੈ ਮਲੀਨ। ਸਾਡਾ ਮਨ ਮੋਹ ਮਾਇਆ ਨਾਲ ਜੁੜ ਕੇ ਮੈਲਾ ਹੋ ਗਿਆ, ਪਰ ਗੁਰਮਤਿ ਗਿਆਨ ਧਿਆਨ ਜਗ ਮਗ ਜੋਤ ਹੈ। ਜਦੋਂ ਗੁਰਮਤਿ ਪ੍ਰਾਪਤ ਹੋਈ, ਗੁਰੂ ਦੀ ਸੰਗਤ ਵਿੱਚ ਆਏ ਤੇ ਗੁਰੂ ਦੇ ਦਿੱਤੇ ਉਪਦੇਸ਼ ਰਾਹੀਂ ਜੋ ਗਿਆਨ ਮਿਲਿਆ, ਜਾਂ ਉਹਦੇ ਰਾਹੀਂ ਜਿਸ ਪਾਸੇ ਅਸੀਂ ਲੱਗੇ, ਸਾਡੇ ਅੰਦਰ ਰੱਬੀ ਜੋਤ ਜਗਮਗਾ ਗਈ। ਸਾਡਾ ਆਪਣਾ ਸੁਭਾਅ ਪ੍ਰਗਟ ਹੋ ਗਿਆ, ਚਾਨਣ ਹੋ ਗਿਆ ਅੰਦਰ। ਆਪਾਂ ਗਲਤੀ ਕਰੀਏ ਤੇ ਆਪਾਂ ਕਹਿੰਦੇ ਜੀ ਆਪਾਂ ਤੇ ਹਨੇਰੇ ਵਿੱਚ ਹੀ ਸਾਂ, ਹੁਣ ਚਾਨਣ ਹੋਇਆ। ਚਾਨਣ ਦਾ ਅਰਥ ਗਿਆਨ ਹੋ ਜਾਣਾ। ਸਤ ਸੰਗਤ ਵਿੱਚ ਆ ਕੇ ਮਨੁੱਖ ਨੂੰ ਚਾਨਣ ਹੁੰਦਾ ਹੈ, ਗਿਆਨ ਹੁੰਦਾ ਹੈ ਕਿ ਮਨੁੱਖ ਨੇ ਜ਼ਿੰਦਗੀ ਦੀ ਬਾਜੀ ਨੂੰ ਜਿੱਤਣਾ ਕਿਵੇਂ। ਸਤ ਸੰਗਤ ਵਿੱਚ ਗਿਆਨ ਹੁੰਦਾ ਹੈ
कि मनुख ने इन्हां विकारां ते काबू किवें पाउणा है, इन्हां तो उच्चे किवें उठना है। ये गल केवल सत संगत विचों मिलेगी। देखो गुरु चरणां च गुरु की पवित्र बाणी जो असीं पढ़ते हैं, गुरु साहिब जी दे कितने प्यारे बचन ने कि तुसीं जिन्ने मर्जी बाहरले साधन कर लो, पाठ करो, वेद पढ़ो, कुरान पढ़ो, जां तुसीं जोगियां वाले साधन कर लो, तीर्थां ते चले जाओ, नंगे पैरीं तुरे फिरो, भावें कपड़े ना पाओ, हथ ते रोटी खाई जाओ, ना ही भावें खाओ, मोनी बन जाओ, सिर ते आरा चला लो, सब कुछ कर लो, पर इन्हां विकारां तो नहीं बचिया जाना। इन्हां तो बचन का इको एक तरीका है कि हार परियो स्वामी के द्वारे दीजै बुद्ध विवेका। सानू विवेक मत मिले। इन्हां तो जदों तुसीं बचना है उदों अपने अनुभव दे नाल बचना है, अपने ज्ञान दे नाल बचना है। वो ज्ञान तुहाडे अंदर है, वो ज्ञान हुण ढकिया होया है, वो ज्ञान निकलेगा जदों सतसंगत विच जुड़ांगे। सतगुरु जी ने गल इत्थों शुरू की कि संत संग ले चढ़ियो शिकार। सत संगत नाल मैं जुड़िया ते सत संगत दा आसरा लैके मैं शिकार करन लई तुर पिया। मिर्ग पकड़े बिन घोर हथियार। आ जिहड़े पंज मिर्ग मेरे अंदर भजे फिरदे, काम क्रोध लोभ मोह हंकार, फिर इन्हां नूं बिना हथियारां तो काबू कर लिया। इन्हां नूं बिना ही घोड़ियां तो, वैसे शिकार करन लई घोड़े ते चढ़ना पैंदा है, हथियार फड़ने पैंदे ने, पर इन्हां नूं बिना ही हथियारां तो घोड़े तो मैं काबू कर लिया। इन्हां दे उपर इन्हां नूं पकड़िया, इन्हां नूं काबू कीता, इन्हां नूं मारन दी गल नहीं है, इन्हां नूं काबू कर लिया। 10 मिर्गी सहजे बंद आनी। 10 मिर्गी दा अर्थ साडियां इंद्रियां ने, जिहड़ियां अखां कन नक जिहड़े इधर उधर लगे हुए ने, आत्मक अडोलता विच टिक के मैं इन्हां नूं बन लिया, इन्हां नूं काबू कर लिया। हुण अखां जिहड़ियां ने वो पर तन पर रूप वाल नहीं भजदियां। जदों काबू कर लिया उदों अखां जिधर देखदियां ने, इन्हां नूं इह संसार जो हर का रूप नज़र आउंदा है, हर हिरदे च रब्बी जोत नज़र आउंदी है। ये कन हुण चुगली निंदिया नहीं सुनते, ये कन तां हर जस सरवण करन लग पे। ये रसना बुरियां गल्लां नहीं करदी, ये रसना तां वाहिगुरू जी दे गुण गाउण लग पई। ये है पकड़ लिया, इन्हां नूं काबू कर लिया। ये 10 मिर्गियां जिहड़ियां भजियां फिरदियां आप हुदरापण करदियां सन, सत संगत विच आके सहज दे राही इन्हां नूं मैं बन लिया, इन्हां नूं मैं काबू कर लिया। 5 मिर्ग बेदे शिव की बाणी। शिव मैना परमात्मा, परमात्मा दे बेअंत नाम रखे ने संसारी लोगों ने। शिव मैना कल्याण स्वरूप परमात्मा। शिव जी भोलेनाथ नूं भी कहंदे ने हिंदू वीर, महादेव भोलेनाथ जिन्हों शंकर भी कहंदे ने। देवी देवतियां दे नाल रब्बी नाम जोड़ दिते लोगों ने। शिव दा अर्थ है कल्याण स्वरूप। साहब जी कहंदे 5 मिर्ग बेदे शिव की बानी। शिव की बाणी का अर्थ है परमात्मा की सिवत सलाह। परमात्मा की सिवत सलाह की बरकत दे नाल इन्हां तीरां दे नाल जिहड़े 5 मिर्ग सन, काम क्रोध लोभ मोह हंकार, इन्हूं मैं विन लिया। बाबा कबीर साहब जी ने कहा है ना, भगवत भीर सख्त सिमरन की कटी काल पै फासी। भगवत भीर रब्बी प्यारियां दी भीड़, जिथे उन्होंने कहा है कि मैं सत संतोख दे राही, प्रेम दे राही, वाहिगुरू जी दे सिमरन दे राही जदों रब दे प्यार जुड़िया ते इन्हां शत्रुआं ते वैरियां ते मैं जित प्राप्त कर ली। गुरु अर्जन देव जी भी इत्थे कह रहे ने कि सत संगत दे राही ज्ञान प्राप्त करके मैं अपने अंदरले जिहड़े 5 मिर्ग सन उन्हां नूं ही काबू कर लिया। ये जिहड़े इंद्रे सन इधर उधर भजे फिरदे 10 मिर्गियां, इन्हां नूं काबू कर लिया। पर इन्हां ते जित प्राप्त करने का तरीका यह है शिव की बाणी, भाव परमात्मा की शिवत सलाह, परमात्मा की कीर्ति, परमात्मा के गुण गाउने। परमात्मा के जिहड़े गुण ने ये कह लो तिखे तीर ने इन्हां नूं मारन दे लई। गुरु ग्रंथ साहिब जी की पवित्र बाणी सतगुरु जी ने एक थां ते बचन कहे ने, 5 सतावें दूत कवन विद मारने, तावों दसा अनेक प्रेम प्रभ कारणे। हर हाँ 5 सतावें दूत कवन विद मारने, कहने लगे तीखण बाण चलाए नाम प्रभ त्याइए, महा बिखा दी घात पूर्ण गुर पाइए। तिखे तीर चलाए जाने इन्हां उपर। वो किहड़े तिखे ने? हर प्रेम वाणी मन मारिया, अणियाले अणियां
राम राजे अणियाले तिखे तीर जिहड़े ने वो तीर ने वाहिगुरू जी की सिफत सलाह दे, वाहिगुरू जी के प्यार दे। साहब कहते जदों मैं सत संगत विच आया, सत संगत दे राही वाहिगुरू जी की सिफत सलाह च जुड़िया। इस वाहिगुरू जी की सिफत सलाह की बरकत नाल इन्हां पंजां मिर्गां नूं मैं विन लिया, इन्हां नूं मैं जख्मी करके काबू कर लिया। 10 मिर्गियां जिहड़ियां सन इन्हां नूं आत्मक अडोल चल टेक के मैं काबू कर लिया, भाव इन्हां नूं वस च कर लिया। हुण अखियां इधर उधर नहीं भजदियां, हुण अंदर संतोख आ गया, अंदर निमरता आ गई, प्यार आ गया। यही अखियां जड़ियां अखियां देख नरजियां बहु रंग तमाशे, आखण आख ना रजिया सुन ना रजे कन। ये अखां जड़ियां पहलां रजदियां ही नहीं सन, कन रजदे नहीं सन, ये जिहवा पहलां रजदी नहीं सी चस्कियां नूं माण माण के। पर हुण सत संगत राही वाहिगुरू जी की सिफत सलाह दे राही इन्हां नूं मैं काबू कर लिया। हुण ये मैनूं अपनी मर्जी अनुसार नहीं चलाउंदे, हुण ये मेरी मर्जी विच चलण लग पे। मैं इन्हां नूं अपने अधीन कर लिया। पर कीता कदों? जदों संत संग ले चढ़ियो शिकार, जदों सत संगत नूं नाल लैके मैं इन्हां दा शिकार चरण करन लई तुरिया, भाव सत संगत नाल सांझ पाई। सतगुरू जी ने फिर बचन कहे ने, अखेर बिरत बाहर आयो धाए पिरती सुभाव। मैं बेनती कीती सी आरंभ विच कि कुदरत ने साडे अंदर वीरता भी रखी हुई है, कठोरता भी रखी है, तो कोमलता भी रखी हुई है। जिद्दां दी संगत विच असीं बैठदे हां उदां दे गुण साडे अंदरों प्रगट होने शुरू हो जाते हैं। सत संगत विच बैठांगे, सूरबीरां दी संगत विच बैठांगे, साडे अंदर उहो जिहे गुण पैदा होणगे। साहब कहंदे कि अखेर बिरत बाहर आयो धाए, अखेर मेरा शिकार करना। हुण शिकार करन दे लई सूरबीरता चाहिदी है, दलेरी चाहिदी है। शिकार हर बंदा नहीं कर सकता, जंगल विच जाके डरपोक बंदा तो शिकार बिल्कुल नहीं करेगा। एक सुभाव हुंदा है शिकार करन दा। सतगुरु जी ने जदों देखिया ना कि अपने मुल्क के लोग बड़े बुजदिल बन गए, क्योंकि इन्होंने तिक्को कहा गया कि भोरे च वड़ के समाधि ला के बैठे रहो, माड़ा फड़ के तुसी जपी जाओ। साडी कौम नूं भी हुण इसे बन्ने लगाया जा रहा है कि वह सूरबीरता वाली गल त्याग दे। ब्रिटिश गौरमेंट नूं सब तो ज़्यादा अगर जोर लगाउणा पिया दुनिया च जित प्राप्त करने लई, तो वह सिख राज सी। हार गई सी ब्रिटिश गौरमेंट इत्थे। आखिर गदारां दी मेहरबानी नाल उन्हां ने अपना यूनीयन जैक लाहौर ते चाढ़ लिया, केसरी निशान नूं उतार के। वो सोचण लई मजबूर हो गए कि इन्हां नूं काबू किवें करना है। ये तो कभी भी बगावत कर देंगे, भावें ब्रिटिश गौरमेंट है, भावें कोई गौरमेंट है, भावें अज दी है तो भावें पहली है। वो हमेशा यही दा सोचती रहिंदी है कि इन्हां नूं काबू किवें करना है। ये तो कभी भी बगावत कर देंगे और बड़ियां पुठियां पुठियां चालां चलदे ने। ते ब्रिटिश गौरमेंट ने सब तो पहला कड्ढे माड़ा वाले। माड़ा फेरो जी यही रब दी बंदगी है। माड़ा मुबारक है, पर माड़ा दे नाल भला, शस्त्र दे नाल शास्त्र भी सानू सतगुरू तुसीं देखिआ ज्यादातर देखो नाम जपण वाले सत्कारयोग ने, पर नाम जपण दा अर्थ कायर बुजदल नहीं है। बाबा नानक जी किन्ने बहादुर सन। गुरु कलगीधर पातशाह जी की नाम नहीं सन जपदे, वो किन्ने सूरबीर योधे सन। गुरु हरगोबिंद साहब जी आप रब दा रूप ने किन्ने बहादुर सन, उन्हां दे सिख किन्ने बहादुर सन। सिखां दा इतिहास पढ़ लो, होर अनेकां दा इतिहास पढ़ लो। नाम जपण दा अर्थ है परमात्मा दे प्यार विच जुड़ना। ते परमात्मा दे प्यार वाला ते निरभव हो जाता है। परमात्मा दे प्यार वाला तो फिर सुतंत्र सोच वाला बन जाता है। वो तो किसी की गुलामी प्रवान करता ही नहीं है। तुसी दुनिया का इतिहास पढ़ लो, जिथे किते रब नूं प्यार करने वाले उन्होंने किसी की टह नहीं मनी, उन्होंने किसी की परवाह नहीं की। इस करके कौम नूं इस बन्ने लगाउण दा यतन किया गया। देखो वड्डियां वड्डियां साडियां दस्तारां निके निके पटकियां ते लैंदियां, साडियां वड्डियां वड्डियां किरपानां जिहड़ियां डोरां वालियां बना के रख दित्तियां गईयां, कईयां ने ते बस कंघे च ही पा लई। इहदे नाल ही सिੱਖੀ निभ जूगी। ये भी कोई प्रेरणा दिंदा तां ही लोग करदे ने। गुरुद्वारियां चों निशान साहब खत्म कईयां चों, उन्हें भी गुरुद्वारा कहने, निशान साहब नहीं गुरुद्वारियां च, फिर गुरुद्वारा किवें? गुरुद्वारियां चों नगारा खत्म, नगारा नहीं वजेगा। हुण ते ये आवाज़ उठनी शुरू हो गई जी तुसीं राज करेगा खालसा भी नहीं पढ़ सकते।
ਇਹ ਹੈ ਕਿਸੇ ਕੌਮ ਨੂੰ ਗੁਲਾਮ ਬਣਾਉਣ ਦੇ ਲਈ ਚੱਲੀਆਂ ਚਾਲਾਂ। ਬ੍ਰਿਟਿਸ਼ ਗਵਰਨਮੈਂਟ ਤੋਂ ਗੱਲ ਸ਼ੁਰੂ ਹੋਈ, ਚੱਲਦੀ ਜਾ ਰਹੀ ਹੈ। ਮੈਂ ਬੇਨਤੀ ਕਰ ਰਿਹਾ ਸਾਂ ਕਿ ਸਾਡੇ ਅੰਦਰ ਇਹ ਸੁਭਾਅ ਪ੍ਰਗਟ ਕਰਨ ਦੇ ਲਈ, ਕਿਉਂਕਿ ਹਰ ਮਨੁੱਖ ਦੇ ਅੰਦਰ ਸੂਰਬੀਰਤਾ ਹੈ, ਹਰ ਮਨੁੱਖ ਦੇ ਅੰਦਰ ਅਣਖ ਹੈ, ਸਵੈਮਾਨ ਹੈ, ਪਰ ਜਦੋਂ ਮਨੁੱਖ ਦੀ ਜ਼ਮੀਰ ਮਰ ਜਾਏ ਉਦੋਂ ਮਨੁੱਖ ਦੇ ਵਿੱਚੋਂ ਫਿਰ ਸੂਰਬੀਰਤਾ ਖਤਮ ਹੋ ਜਾਂਦੀ ਹੈ। ਉਹ ਗੁਲਾਮੀ ਨੂੰ ਸਹਿਜੇ ਪ੍ਰਵਾਨ ਕਰ ਲੈਂਦਾ, ਸਹਿਜੇ ਪ੍ਰਵਾਨ ਕਰ ਲੈਂਦਾ। ਉਹ ਗੁਲਾਮੀ ਜਿਵੇਂ ਇੱਕ ਪਿੰਜਰੇ 'ਚ ਪਿਆ ਹੋਇਆ ਪੰਛੀ ਜਿਹੜਾ ਨਾ, ਉਹ ਚੂਰੀ ਖਾ ਕੇ ਬੜਾ ਖੁਸ਼ ਹੁੰਦਾ। ਪਿੰਜਰਾ ਭਾਵੇਂ ਸੋਨੇ ਦਾ ਵੀ ਹੋਏ ਪਰ ਉਹ ਹੈ ਤੇ ਗੁਲਾਮੀ ਹੈ ਨਾ। ਸੋਨੇ ਦੇ ਪਿੰਜਰੇ ਵੀ ਤਿਆਰ ਕੀਤੇ ਨੇ ਗੌਰਮੈਂਟਾਂ ਨੇ, ਸੋਨੇ ਦੇ ਪਿੰਜਰੇ। ਉਹ ਪਿੰਜਰੇ ਇਹ ਨੇ, ਡੇਰਿਆਂ ਦੇ ਨਾਲ ਵੱਡੀਆਂ ਵੱਡੀਆਂ ਜ਼ਮੀਨਾਂ ਲਾ ਦਿਓ, ਇੱਕ ਤਾਂ ਬੋਲਣਗੇ ਨਹੀਂ, ਬੋਲਣਗੇ ਤੇ ਜ਼ਮੀਨਾਂ ਖੁਰ ਕਰ ਲਾਂ, ਕੇਸ ਪੈ ਜਾਣਗੇ, ਤਾਈਓ ਨਹੀਂ ਬੋਲਦੇ ਡੇਰੇਦਾਰ ਬਹੁਤਾ। ਜਦੋਂ ਵੀ ਮਨੁੱਖੀ ਹੱਕਾਂ ਦੀ ਗੱਲ ਹੁੰਦੀ ਹੈ ਉਦੋਂ ਉਹ ਨਹੀਂ ਬੋਲਣਗੇ। ਜਦੋਂ ਕੌਮ ਦੀ ਆਣ ਇੱਜ਼ਤ ਦੀ ਗੱਲ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਗੱਲ, ਉਦੋਂ ਕੋ ਇਹੋ ਜਿਹੇ ਸਰਕਾਰੀ ਲੋਕ ਨਹੀਂ ਬੋਲਣਗੇ, ਕਿਉਂਕਿ ਉਹਨਾਂ ਨੂੰ ਖਤਰਾ ਹੈ ਕਿ ਸਾਡੇ ਤੇ ਹੋਰ ਹੀ ਉਲਟੀਆਂ ਗੱਲਾਂ ਪੈ ਜਾਣੀਆਂ ਨੇ। ਸਤਿਗੁਰੂ ਜੀ ਨੇ ਇਹ ਸੁਭਾਅ ਪ੍ਰਗਟ ਕਰਨ ਦੇ ਲਈ, ਕਿਹੜਾ ਸੁਭਾਅ, ਜਿਹਨੂੰ ਕਹਿੰਦੇ ਸ਼ਿਕਾਰ ਕਰਨ ਦਾ ਸੁਭਾਅ, ਬੜੇ ਯਤਨ ਕੀਤੇ। ਸਾਡੇ ਲਈ ਸਤਿਗੁਰੂ ਜੀ ਨੇ ਇਸ ਸੁਭਾਅ ਨੂੰ ਪ੍ਰਗਟ ਕਰਨ ਦੇ ਲਈ ਸ਼ਸਤਰ ਵਿਦਿਆ ਦਿੱਤੀ, ਸ਼ਿਕਾਰ ਖੇਡਣ ਦੀ ਗੱਲ ਕਹੀ। ਸਾਨੂੰ ਸਤਿਗੁਰੂ ਜੀ ਨੇ ਸ਼ਸਤਰ ਧਾਰਨ ਕਰਨ ਦੀ ਗੱਲ ਕਹੀ। ਸਤਿਗੁਰੂ ਜੀ ਨੇ ਨਗਾਰੇ ਵਜਾਏ, ਸਤਿਗੁਰੂ ਜੀ ਨੇ ਨਿਸ਼ਾਨ ਚਲਾ ਦਿੱਤੇ, ਸਤਿਗੁਰੂ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ। ਸਤਿਗੁਰੂ ਜੀ ਨੇ ਜਕਾਰਾ ਹੀ ਸਾਨੂੰ ਇਹੋ ਜਿਹਾ ਦਿੱਤਾ ਕਿ ਜਕਾਰਾ ਬੋਲਦੇ ਹੀ ਸਾਡੇ ਅੰਦਰੋਂ ਉਹ ਸੁਭਾਅ ਪ੍ਰਗਟ ਹੋ ਕੇ ਬਾਹਰ ਆ ਜਾਏ। ਇਹਨਾਂ ਗੱਲਾਂ ਦੀ ਬੜੀ ਬਰਕਤ ਹੈ। ਜਦੋਂ ਇਹ ਗੱਲਾਂ ਅਸੀਂ ਛੱਡਦੇ ਜਾਵਾਂਗੇ ਸਾਡਾ ਸੁਭਾਅ ਆਪਣੇ ਆਪ ਮੱਧਮ ਪੈਂਦਾ ਜਾਏਗਾ, ਸਹਿਜੇ ਸਹਿਜੇ ਉਹ ਸੌਂ ਜਾਏਗਾ। ਸੌਂ ਰਿਹਾ ਨਾ ਹੁਣ ਸਾਡਾ ਸੁਭਾਅ। ਇਸ ਕਰਕੇ ਦੇਖੋ ਨਾ, ਫਤਿਹ ਬੁਲਾਉਣ ਤੋਂ ਅਸੀਂ ਗੁਰੇਜ਼ ਕਿਉਂ ਕਰਦੇ ਹਾਂ? ਹਾਲਾਂਕਿ ਫਤਿਹ ਜਿਹੜੀ ਹੈ ਉਹਦੇ ਰਾਹੀਂ ਵਾਹਿਗੁਰੂ ਯਾਦ ਆਉਂਦਾ ਹੈ। ਕਿੰਨਾ ਪਵਿੱਤਰ ਨਾਰਾ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਈ ਅਸੀਂ ਵਾਹਿਗੁਰੂ ਦੇ ਹਾਂ, ਪਿਓਰ, ਜਿਹੜੇ ਅੰਦਰੋਂ ਵੈਰ ਤੋਂ ਰਹਿਤ, ਈਰਖਾ ਤੋਂ ਰਹਿਤ, ਪਿਓਰ। ਖਾਲਸਾ ਗੁਰੂ ਕਾ ਵਾਹਿਗੁਰੂ ਦਾ ਹੈ, ਤੇ ਉਹਨੇ ਧਰਤੀ ਤੇ ਜੋ ਵੀ ਕਰਨਾ ਵਾਹਿਗੁਰੂ ਜੀ ਦੀ ਫਤਿਹ ਲਈ ਕਰਨਾ, ਵਾਹਿਗੁਰੂ ਜੀ ਦੀ ਚੜ੍ਹਦੀ ਕਲਾ ਭਾਵ ਵਾਹਿਗੁਰੂ ਜੀ ਦੀ ਇੱਥੇ ਵਡਿਆਈ ਪਸਰੇ, ਉਹਦੇ ਲਈ ਕਰਨਾ। ਵਾਹਿਗੁਰੂ ਜੀ ਦੀ ਵਡਿਆਈ ਤੇ ਜੇ ਚਾਹੁੰਦੇ ਕਿ ਸਾਰੀ ਦੁਨੀਆ ਸੁਖੀ ਵਸੇ, ਸਾਰਿਆਂ ਨੂੰ ਬਰਾਬਰਤਾ ਦਾ ਪਿਆਰ ਮਿਲੇ, ਕਿਸੇ ਦੇ ਉੱਪਰ ਜ਼ੋਰ ਜ਼ੁਲਮ ਨਾ ਹੋਏ, ਇਹ ਵਾਹਿਗੁਰੂ ਜੀ ਦਾ ਰਾਜ ਹੋਣਾ ਚਾਹੀਦਾ। ਇਹਦੇ ਲਈ ਸਿੱਖ ਨੇ ਸੰਘਰਸ਼ ਕਰਨਾ। ਤੇ ਕਈ ਲੋਕਾਂ ਨੂੰ ਇਹ ਵੀ ਚੰਗਾ ਨਹੀਂ ਲੱਗਦਾ, ਹਾਲਾਂਕਿ ਕਿੰਨਾ ਪਿਆਰਾ ਨਾਰਾ ਹੈ। ਇਸ ਕਰਕੇ ਇਹ ਸਾਡੇ ਅੰਦਰੋਂ ਉਸ ਸੁਭਾਅ ਨੂੰ ਪ੍ਰਗਟ ਕਰਨ ਲਈ ਸਤਿਗੁਰੂ ਜੀ ਨੇ ਇਹ ਚੀਜ਼ਾਂ ਦਿੱਤੀਆਂ। ਉਹਦੇ ਲਈ ਸਭ ਤੋਂ ਪਹਿਲਾਂ ਦਿੱਤੀ ਸਤ ਸੰਗਤ। ਇਕੱਲਿਆਂ ਤੁਸੀਂ ਤਪ ਕਰੋ, ਜਪ ਕਰੋ, ਭਗਤੀ ਕਰੋ, ਭਾਈ ਮੁਬਾਰਕ ਹੈ, ਕੋਈ ਮਾੜੀ ਗੱਲ ਨਹੀਂ ਹੈ, ਪਰ ਜਿਹੜਾ ਅਸਲੀ ਸੁਭਾਅ ਉਦੋਂ ਪ੍ਰਗਟ ਹੋਣਾ ਹੈ ਜਦੋਂ ਤੁਸੀਂ ਸਤ ਸੰਗਤ ਨਾਲ ਜੁੜੋਗੇ। ਸਤ ਸੰਗਤ ਵਿੱਚ ਆ ਕੇ ਕੀ ਹੋਇਆ? ਸਾਹਿਬ ਜੀ ਕਹਿੰਦੇ ਅਖੇਰ ਬਿਰਤ ਬਾਹਰ ਆਇਓ ਧਾਰੇ। ਉਹ ਜਿਹੜੀ ਸ਼ਿਕਾਰ ਕਰਨ ਵਾਲੀ ਬਿਰਤੀ ਸੀ, ਸੂਰਬੀਰਤਾ ਵਾਲਾ ਸੁਭਾਅ, ਅਣਖ ਵਾਲਾ ਸੁਭਾਅ, ਉਹ ਬਾਹਰ ਆ ਗਿਆ ਆਪਣੇ ਆਪ। ਸਾਡੇ ਅੰਦਰ ਹੀ ਹੈ, ਪਰਮਾਤਮਾ ਨੇ ਸਭ ਕੁਝ ਭਰਿਆ ਹੋਇਆ। ਸਾਡੇ ਅੰਦਰ ਵੀਰਤਾ ਵੀ ਹੈ, ਸਾਡੇ ਅੰਦਰ ਕਾਇਰਤਾ ਵੀ ਹੈ, ਸਾਡੇ ਅੰਦਰ ਅਣਖ ਵੀ ਹੈ, ਸਾਡੇ ਅੰਦਰ ਜਲਾਲਤ ਵੀ ਹੈ, ਸਭ ਕੁਝ ਸਾਡੇ ਅੰਦਰ ਹੈ। ਜਿੱਦਾਂ ਦੀ ਅਸੀਂ ਸੰਗਤ ਨਾਲ ਜੁੜਾਂਗੇ ਉਹੋ ਜਿਹਾ ਹੀ ਸਾਡਾ ਸੁਭਾਅ ਬਣਦਾ ਚਲਿਆ ਜਾਏਗਾ। ਸਾਹਿਬ ਕਹਿੰਦੇ ਜਦੋਂ ਸਤ ਸੰਗਤ ਵਿੱਚ ਆਏ, ਸਾਡੇ ਅੰਦਰੋਂ ਸ਼ਿਕਾਰ ਕਰਨ ਵਾਲਾ ਸੁਭਾਅ ਜਿਹੜਾ ਆਪਣੇ ਆਪ ਹੀ ਪ੍ਰਗਟ ਹੋ ਗਿਆ। ਸੰਗਤ ਜਿਹੜੀ ਹੈ ਉਹ ਤੁਹਾਡੇ ਅੰਦਰ ਗੁਣ ਪੈਦਾ ਕਰੇਗੀ। ਅਹੇਰਾ ਪਾਇਓ ਘਰ ਕਹਿ ਗਾਏ। ਗਾਏ ਮੈਣਾ ਜਿਹਨੂੰ ਆਪਾਂ ਗਾਉਂ ਕਹਿੰਦੇ, ਪਿੰਡ ਕਹਿੰਦੇ ਆ। ਕਹਿਣ ਲੱਗੇ ਆਪਣੇ ਸਰੀਰ ਰੂਪੀ ਪਿੰਡ ਵਿੱਚ ਘਰ 'ਚ ਹੀ ਫਿਰਨਾ, ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ। ਬਾਹਰ ਜਾ ਕੇ ਸ਼ਿਕਾਰ ਤੇ ਬਾਅਦ ਵਿੱਚ ਪਹਿਲਾਂ ਅੰਦਰ। ਸਾਨੂੰ ਸਾਡੇ ਸਤਿਗੁਰੂ ਜੀ ਨੇ ਪਹਿਲਾਂ ਸਤ ਸੰਗਤ ਦਿੱਤੀ ਹੈ। 6ਵੇਂ ਜਾਮੇ 'ਚ ਜਾ ਕੇ ਕਿਤੇ ਫਿਰ ਸਤਿਗੁਰੂ ਜੀ ਨੇ ਬਾਹਰਲੀ ਸ਼ਸਤਰ ਵਿਦਿਆ ਦੀ ਗੱਲ ਸ਼ੁਰੂ ਕੀਤੀ। ਪਹਿਲਾਂ ਸਤ ਸੰਗਤ। ਬਾਹਰਲੀਆਂ ਜਿੱਤਾਂ ਜਿੱਤਣ ਨਾਲ ਕੋਈ ਜੇਤੂ ਨਹੀਂ ਬਣੇਗਾ। ਜੇਤੂ ਤੇ ਉਦੋਂ ਬਣੇਗਾ ਜਦੋਂ ਅੰਦਰੋਂ ਜਿੱਤ ਲਏਗਾ। ਸੂरमा कौन है? जाको हर रंग लागो इस जुग में सो कहियत है सूरा। आत्म जने सगल वस्तां के जाका सतगुर पूरा। सूरमा वो है जिहदे अंदर परमात्मा का रंग पैदा हो गया। सूरमा वो है जिन्हें अपने अंदरों अहंकार नूं मार लिया। नानक सो सूरा वरियाम जिन विचों दुष्ट अहकरण मारे। जिन मिल मारे पंच सूरबीर ऐसो कौन बली रे। बाहरले शिकार तो पहला, बाहरलियां जित्तां तो पहला अपने अंदर जिहड़े साडे विरोधी ने उन्हां नूं जितना। वो है क्रोध, वो है ईर्खा, वो है हंकार, वो ने ये विकार, ये है लोभ,
ਉਹ ਹੈ ਮੋਹ, ਉਹ ਹੈ ਕਾਮ। ਜਦੋਂ ਅਸੀਂ ਇਹਨਾਂ ਨੂੰ ਜਿੱਤ ਨਾ ਸਕੇ, ਬਾਹਰਲੀਆਂ ਜਿੱਤਾਂ ਤੇ ਸਾਨੂੰ ਜ਼ਾਲਮ ਬਣਾ ਦੇਣਗੀਆਂ, ਬਾਹਰਲੀਆਂ ਜਿੱਤਾਂ ਸਾਨੂੰ ਕੁਰਾਹੇ ਪਾ ਦੇਣਗੀਆਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਦੋਂ ਮੈਂ ਸਤ ਸੰਗਤ ਨਾਲ ਜੁੜਿਆ, ਮੇਰੇ ਅੰਦਰੋਂ ਸ਼ਿਕਾਰੀ ਬਿਰਤੀ ਜਿਹੜੀ ਇਸ ਨਾਲ ਉਹ ਬਾਹਰ ਆ ਗਈ, ਤੇ ਮੈਂ ਉਹਦੇ ਨਾਲ ਕੀ ਕੀਤਾ, ਸਭ ਤੋਂ ਪਹਿਲਾਂ ਆਪਣੇ ਸਰੀਰ ਰੂਪੀ ਪਿੰਡ ਦੇ ਵਿੱਚ ਹੀ ਸ਼ਿਕਾਰ ਖੇਡਿਆ। ਆਪਣੇ ਸਰੀਰ ਦੇ ਵਿੱਚ ਸ਼ਿਕਾਰ ਕਿੱਦਾਂ ਖੇਡਿਆ ਕਿ ਆਪਣੇ ਅੰਦਰਲੇ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸੀ ਉਹਨਾਂ ਨੂੰ ਕਾਬੂ ਕਰਨਾ ਸ਼ੁਰੂ ਕੀਤਾ, ਉਹਨਾਂ ਦਾ ਸ਼ਿਕਾਰ ਕਰਨਾ ਸ਼ੁਰੂ ਕੀਤਾ। ਫਿਰ ਮਿਰਗ ਪਕੜੇ ਘਰ ਆਣੇ ਹਾਟ, ਮੇਰੇ ਅੰਦਰ ਜਿਹੜੇ ਮਿਰਗ ਸਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਸਤ ਸੰਗਤ ਦੀ ਕਿਰਪਾ ਸਦਕਾ, ਉਥੋਂ ਮਿਲੇ ਹੋਏ ਬਲ ਸਦਕਾ ਮੈਂ ਉਹਨਾਂ ਨੂੰ ਪਕੜ ਲਿਆ। ਦੇਖੋ ਸਾਨੂੰ ਸਾਡੇ ਸਤਿਗੁਰੂ ਜੀ ਨੇ ਸਤ ਸੰਗਤ ਦਿੱਤੀ ਹੈ, ਵਾਹਿਗੁਰੂ ਜੀ ਦੀ ਸਿਫਤ ਸਲਾਹ ਦਿੱਤੀ ਹੈ। ਉਦੋਂ ਪਹਿਲਾਂ ਵੀ ਆਪਾਂ ਜਦੋਂ ਰੱਬੀ ਪਿਆਰਿਆਂ ਦਾ ਇਤਿਹਾਸ ਪੜ੍ਹਦੇ ਹਾਂ, ਜੋ ਗੁਰੂ ਗ੍ਰੰਥ ਸਾਹਿਬ ਜੀ ਬਚਨ ਅੰਕਿਤ ਨੇ, ਭਗਤ ਕਬੀਰ ਸਾਹਿਬ ਜੀ ਦੇ, ਭਗਤ ਰਵਿਦਾਸ ਸਾਹਿਬ ਜੀ ਦੇ, ਭਗਤ ਨਾਮਦੇਵ ਸਾਹਿਬ ਜੀ ਦੇ, ਇਹ ਕਿੰਨੇ ਮਹਾਨ ਸੂਰਬੀਰ ਯੋਧੇ ਹੋਏ ਨੇ। ਇਹ ਕੋਈ ਇਕੱਲੇ ਮਾਲਾ ਫੇਰਨ ਵਾਲੇ ਕਾਇਰ ਬੁਜ਼ਦਿਲ ਭਗਤ ਨਹੀਂ ਸਨ, ਇਹ ਬੜੇ ਮਹਾਨ ਕ੍ਰਾਂਤੀਕਾਰੀ ਭਗਤ ਸਨ। ਇਹਦੋਂ ਵੱਡੀ ਦਲੇਰੀ ਕੀ ਹੋ ਸਕਦੀ ਹੈ? ਦੇਖੋ ਪਹਿਲੀ ਗੱਲ, ਬਾਬਾ ਕਬੀਰ ਸਾਹਿਬ ਜੀ, ਬਾਬਾ ਰਵਿਦਾਸ ਸਾਹਿਬ ਜੀ ਬਨਾਰਸ ਦੇ ਵਿੱਚ ਸਨ। ਬਨਾਰਸ ਉਹ ਗੜ੍ਹ ਹੈ ਹਿੰਦੂ ਕੱਟੜ ਵਰਣ ਵੰਡ ਦਾ ਘਰ ਜਿਹਨੂੰ ਆਪਾਂ ਕਹਿ ਸਕਦੇ ਹਾਂ, ਜਿੱਥੇ ਜਾ ਕੇ ਕੋਈ ਉਹਨਾਂ ਦੇ ਵਿਰੁੱਧ ਗੱਲ ਨਹੀਂ ਕਰ ਸਕਦਾ। ਲੇਕਿਨ ਬਨਾਰਸ ਦੀ ਧਰਤੀ ਤੇ ਬੈਠ ਕੇ ਬਾਬਾ ਕਬੀਰ ਸਾਹਿਬ ਜੀ ਵਰਗਿਆਂ ਨੇ ਜੇ ਇਹ ਗੱਲ ਕਹੀ ਕਿ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ, ਇਹਦੂ ਵੱਡੀ ਸੂਰਬੀਰਤਾ ਕੀ ਹੋ ਸਕਦੀ ਹੈ? ਸੱਚ ਬੋਲਣਾ। ਸੂਰਬੀਰਤਾ ਕੋਈ ਸਰਹੱਦਾਂ ਤੇ ਨਹੀਂ ਪ੍ਰਗਟ ਕੀਤੀ ਜਾਂਦੀ, ਸੂਰਬੀਰਤਾ ਕੋਈ ਗੋਲੀਆਂ ਚਲਾ ਕੇ, ਤਲਵਾਰਾਂ ਚਲਾ ਕੇ ਪ੍ਰਗਟ ਨਹੀਂ ਕੀਤੀ ਜਾਂਦੀ। ਇਹ ਤੇ ਬਾਹਰਲੀ ਮਜਬੂਰੀ ਵਾਲੀ ਅਵਸਥਾ ਹੈ, ਚਲਾਉਣੀਆਂ ਪੈਣ। ਪਰ ਸੂਰਬੀਰਤਾ ਹੈ ਸੱਚ ਬੋਲਣਾ। ਸਭ ਤੋਂ ਵੱਡੀ ਸੂਰਬੀਰਤਾ ਹੈ ਸੱਚ ਬੋਲਣਾ ਤੇ ਸੱਚ ਸੁਣਨਾ। ਸੱਚ ਸੁਣਨਾ ਵੀ ਬੜੀ ਔਖੀ ਗੱਲ ਹੈ, ਸੱਚ ਬੋਲਣਾ ਵੀ ਬੜੀ ਔਖੀ ਗੱਲ ਹੈ। ਬਾਬਾ ਕਬੀਰ ਸਾਹਿਬ ਜੀ ਨੇ ਸੱਚ ਬੋਲਿਆ ਬਨਾਰਸ ਦੀ ਧਰਤੀ ਤੇ, ਬਾਬਾ ਰਵਿਦਾਸ ਸਾਹਿਬ ਜੀ ਨੇ ਸੱਚ ਬੋਲਿਆ, ਔਰ ਬੜੀ ਦਲੇਰੀ। ਬਾਬਾ ਰਵਿਦਾਸ ਜੀ ਦੀ ਪਵਿੱਤਰ ਬਾਣੀ ਪੜੋ, ਐਸੀ ਲਾਲ ਤੁਝ ਬਿਨ ਕੌਣ करे, ਗਰੀਬ ਨਵਾਜ ਗੁਸਈਆ ਮੇਰਾ ਮਾਥੇ ਛਤਰ ਤਰੇ, जाकी छोत जगत को लागे तां पर तू ही टरे, नीचा ऊंच करे मेरा गोबिंद काहू ते ना डरे। परमात्मा तेरे वर्गा कोई गरीब नवाज दे, केवल दिखावे वाले तुरे फिरदे गरीब नवाज। फिर आपां आम समाज देखते हैं, देखो आर्थिक तौर पर वड्डे होना छोटे होना ये चलता है, काम का भी वखरेवा चलता है। किसी का काम बहुत सुचज्जा साफ सुथरा है, किसी का मिट्टी घट्टी वाला भी हो सकता है, किसी का काम तो काम ही है ना। लेकिन कई बारी कई अपना काम दसन तो बड़ी शर्मिंदगी महसूस करते हैं। ਉਹ ਬਾਹਰੋਂ ਚਿੱਟੇ ਚੁੱਟੇ ਕੱਪੜੇ ਪਾ ਕੇ ਚੰਗਾ ਪ੍ਰਭਾਵ ਦੇਣਗੇ, ਐਵੇਂ ਝੂਠ ਜਿਹਾ ਬੋਲ ਕੇ ਜੀ ਮੈਂ ਤੇ ਫਲਾਣੇ ਥਾਂ ਅਫਸਰ ਲੱਗਾ ਹੋਇਆ। ਉਹ ਲੋਕਾਂ ਦੀਆਂ ਨਜ਼ਰਾਂ 'ਚ ਵਧੀਆ ਬਣ ਲਈ, ਉਹਨਾਂ ਅੰਦਰ ਇੱਕ ਹੀਣ ਭਾਵਨਾ ਹੁੰਦੀ ਕਿ ਮੇਰੇ ਕੰਮ ਦਾ ਕਿਸੇ ਨੂੰ ਪਤਾ ਲੱਗ ਗਿਆ ਨਾ, ਤੇ ਦੁਨੀਆ ਕੀ ਕਹੇਗੀ। ਇਹ ਇੱਕ ਕਮਜ਼ੋਰੀ ਹੈ, ਇਹ ਅੰਦਰ ਇੱਕ ਹੀਣ ਭਾਵਨਾ ਹੈ। ਤੇ ਇਹ ਬਹਾਦਰੀ ਦੇਖਣੀ ਤੇ ਭਗਤ ਰਵਿਦਾਸ ਸਾਹਿਬ ਜੀ ਦੀ ਦੇਖੋ, ਕਹਿਣ ਲੱਗੇ ਹਮਰੀ ਕੁਲ ਢੋਰ ਢਵੰਤਾ ਨਿਤੇ ਬਨਾਰਸੀ ਆਸ ਪਾਸਾ। ਮੇਰੀ ਕੁਲ ਦੇ ਬੰਦੇ ਤੇ ਮਰੇ ਡੰਗਰ ਢੋਣ ਵਾਲੇ ਨੇ, ਚਮਰਠਾ ਗਾਂਠ ਨਾ ਚੰਨੀ ਕਹਿ ਰਵਿਦਾਸ ਚਮਾਰਾ। ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਚੰਮ ਦਾ ਕੰਮ ਨਹੀਂ ਕਰਦਾ, ਉਹਨਾਂ ਕਿਹਾ ਮੈਂ ਚੰਮ ਦਾ ਕੰਮ ਕਰਦਾ, ਮਰੇ ਡੰਗਰ ਢੋਂਦਾ। ਇਹ ਬਹਾਦਰੀ ਹੈ ਨਾ, ਕਿੰਨਾ ਸਵੈਮਾਨ ਹੈ, ਆਪਣੀ ਕਿਰਤ ਨਾਲ ਕਿੰਨਾ ਪਿਆਰ ਹੈ। ਇਹ ਸਵੈਮਾਨ ਹੀ ਤੁਹਾਡੇ ਅੰਦਰ ਬਹਾਦਰੀ ਪੈਦਾ ਕਰੇਗਾ। ਸੱਚ ਬੋਲਣਾ, ਸੱਚ ਸੁਣਨਾ, ਇਹ ਦਾਤ ਮਿਲੇਗੀ ਸਤ ਸੰਗਤ ਵਿੱਚ ਆ ਕੇ। ਕਿਉਂਕਿ ਸਾਡੇ ਅੰਦਰ ਜਿਹੜੀ ਹੀਣ ਭਾਵਨਾ ਭਰੀ ਪਈ ਹੈ, ਸਾਡੇ ਅੰਦਰ ਔਗਣ ਭਰੇ ਨੇ, ਹੀਣ ਭਾਵਨਾ ਹੈ ਕਿ ਅਸੀਂ ਦੂਜਿਆਂ ਨੂੰ ਮਾੜੇ ਹਾਂ, ਦੂਜੇ ਸਾਡੇ ਨਾਲੋਂ ਚੰਗੇ, ਅਸੀਂ ਪਤਾ ਨਹੀਂ ਕਮਜ਼ੋਰ ਹਾਂ, ਅਸੀਂ ਪਤਾ ਨਹੀਂ ਮਾੜੀ ਬਰਾਦਰੀ 'ਚ, ਅਸੀਂ ਮਾੜੇ ਕੰਮਾਂ ਵਾਲੇ ਹਾਂ। ਇਹ ਹੀਣ ਭਾਵਨਾ ਭਰ ਦਿੱਤੀ ਗਈ। ਵਾਰ-ਵਾਰ ਕਿਸੇ ਚੀਜ਼ ਦਾ ਪ੍ਰਚਾਰ ਕਰੋ, ਉਹ ਮਨੁੱਖ ਤੇ ਪ੍ਰਭਾਵ ਪਾਉਂਦੀ ਹੈ। ਸਾਡੇ ਮੁਲਕ 'ਚ ਤੇ ਵਾਰ-ਵਾਰ ਹੀ ਕਿਹਾ ਗਿਆ ਤੁਹਾਡਾ ਕੰਮ ਮਾੜਾ ਹੈ, ਤੁਸੀਂ ਨੀਚ ਹੋ, ਤੁਸੀਂ ਸੂਦਰ ਹੋ, ਤੁਸੀਂ ਮਾੜੇ ਹੋ, ਤੁਸੀਂ ਗੁਲਾਮ ਹੋ, ਕਹਿ ਕੇ ਲੋਕਾਂ ਦੀ ਸੁਰਤ ਨੂੰ ਗੁਲਾਮ ਬਣਾ ਦਿੱਤਾ ਗਿਆ। ਤੇ ਗੁਰਬਾਣੀ ਨੇ ਇਸ ਗੁਲਾਮੀ ਨੂੰ ਕੱਟਿਆ, ਗੁਲਾਮੀ ਨੇ ਇਸ ਹੀਣ ਭਾਵਨਾ ਨੂੰ ਸਵੈਮਾਨ ਵਿੱਚ ਬਦਲ ਦਿੱਤਾ। ਗੁਲਾਮੀ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਜਾਕੀ ਜਿਨ੍ਹਾਂ ਦੇ ਪਰਛਾਵੇਂ ਤੋਂ ਦੁਨੀਆ ਡਰਦੀ ਸੀ ਨਾ, ਉਹਨਾਂ ਨੂੰ ਰਾਜੇ ਬਣਾਉਣ ਦੀ ਗੱਲ ਕੀਤੀ। ਗੁਰਬਾਣੀ ਨੇ ਹਰ ਮਨੁੱਖ ਨੂੰ ਕਿਹਾ ਤੂੰ ਰਾਜਾ ਹੈ, ਤੂੰ ਵਾਹਿਗੁਰੂ ਦਾ ਬੱਚਾ ਹੈ, ਤੂੰ ਵਾਹਿਗੁਰੂ ਦਾ ਪੁੱਤਰ ਹੈ। ਹਰ ਮਨੁੱਖ ਦੇ ਅੰਦਰ ਇਹ ਸਵੈਮਾਨ ਪੈਦਾ ਕੀਤਾ। ਕੋਈ ਵੀ ਮਨੁੱਖ
ਕਿਸੇ ਵਰਗ ਦਾ, ਭਾਵੇਂ ਇਸਤਰੀ ਹੈ, ਪੁਰਖ ਹੈ, ਭਾਵੇਂ ਉਹ ਕਿਸੇ ਕੁਲ ਕਬੀਲੇ ਨਾਲ ਸੰਬੰਧਿਤ ਹੈ, ਉਹ ਬਰਾਬਰ ਹੈ। ਉਹਦੇ ਅੰਦਰ ਸਵੈਮਾਨ ਪੈਦਾ ਕੀਤਾ, ਜੁਰਤ ਪੈਦਾ ਕੀਤੀ। ਕਿਸੇ ਸਮਾਜ ਨੂੰ ਐਵੇਂ ਨਹੀਂ ਸਿਰਜਿਆ ਜਾਂਦਾ, ਗੱਲੀ ਬਾਤੀ ਨਹੀਂ ਸਮਾਜ ਬਣਦੇ। ਕਿਸੇ ਸਮਾਜ ਨੂੰ ਸਿਰਜਣ ਦੇ ਲਈ ਸਦੀਆਂ ਲੱਗਦੀਆਂ ਨੇ, ਸਦੀਆਂ। ਸੁਭਾਅ ਬਦਲਣੇ ਪੈਂਦੇ ਆ। ਕੀ ਸੁਭਾਅ ਸੀ ਸਾਡੇ ਮੁਲਕ ਦੇ ਲੋਕਾਂ ਦਾ? ਜਰਵਾਣੇ ਚੜ ਕੇ ਆਉਣੇ ਤੇ ਡਰਦਿਆਂ ਲੁਕ ਜਾਣਾ, ਨਗਾਰਾ ਸੁਣਨਾ, ਘੋੜਿਆਂ ਦੀਆਂ ਟਾਪਾਂ ਦੀਆਂ ਆਵਾਜ਼ਾਂ ਸੁਣਨੀਆਂ, ਆਪਣੀਆਂ ਧੀਆਂ ਨੂੰ ਲੁਕਾ ਲੈਣਾ ਜਾਂ ਭੜੋਲਿਆਂ 'ਚ ਪਾ ਦੇਣਾ ਜਾਂ ਲੈ ਕੇ ਜੰਗਲਾਂ 'ਚ ਵੜ ਜਾਣਾ, ਡਰਨਾ, ਉਹਨਾਂ ਦੇ ਅੱਗੇ ਭੇਟਾ ਲੈ ਕੇ। ਕਈ ਤੇ ਇੰਨੇ ਬੁਜ਼ਦਿਲ ਸਨ, ਵੱਡੇ ਵੱਡੇ ਤਖਤਾਂ 'ਤੇ ਬੈਠੇ ਆਪਣੀ ਧੀਆਂ ਦੀਆਂ ਡੋਲੇ ਲੈ ਲੈ ਕੇ ਉਹਨਾਂ ਕੋਲ ਹਾਜ਼ਰ ਹੁੰਦੇ ਸਨ। ਇੰਨੇ ਡਿੱਗ ਚੁੱਕੇ ਸਨ ਸਾਡੇ ਲੋਕ। ਪਰ ਸਾਡੇ ਸਤਿਗੁਰੂ ਜੀ ਨੇ ਇੱਕ ਸਵੈਮਾਨ ਪੈਦਾ ਕੀਤਾ, ਬੀਰਤਾ ਪੈਦਾ ਕੀਤੀ, ਜੋਸ਼ ਪੈਦਾ ਕੀਤਾ। ਜਿਹੜੇ ਲੋਕੀ ਇਸ ਮੁਲਕ ਨੂੰ ਲੁੱਟਦੇ ਸਨ ਉਹਨਾਂ ਨੂੰ ਅਸੀਂ ਲਲਕਾਰਨਾ ਸ਼ੁਰੂ ਕੀਤਾ। ਅਬਦਾਲੀ ਵਰਗਿਆਂ ਨੂੰ ਅਸੀਂ ਲਲਕਾਰੇ ਹੈ, ਲੁੱਟਿਆ ਵੀ ਹੈ ਤੇ ਕੁੱਟਿਆ ਵੀ ਹੈ। ਜਿਹੜੇ ਲੋਕੀ ਸਾਡੀਆਂ ਧੀਆਂ ਬਹੁ ਬੇਟੀਆਂ ਨੂੰ ਲੁੱਟਦੇ ਸਨ, ਅਸੀਂ ਉਹਨਾਂ ਕੋਲ ਬਹੁ ਬੇਟੀਆਂ ਨੂੰ ਛੁਡਾ ਕੇ ਘਰਾਂ 'ਚ ਬੜੇ ਸਵੈਮਾਨ ਨਾਲ ਭੇਜਿਆ। ਇਹ ਸਾਡਾ ਇਤਿਹਾਸ ਹੈ। ਔਰ ਇਹ ਇਤਿਹਾਸ ਕਿਵੇਂ ਬਣਿਆ? ਜਦੋਂ ਸਾਡੇ ਸਤਿਗੁਰੂ ਜੀ ਨੇ ਸਾਡੇ ਅੰਦਰਲੇ ਸੁਭਾਅ ਨੂੰ ਪ੍ਰਗਟ ਕੀਤਾ। ਦੇਖੋ ਇਹ ਸੁਭਾਅ ਕਿਵੇਂ ਪ੍ਰਗਟ ਹੁੰਦਾ ਹੈ। ਉਹਨਾਂ ਹੀ ਘਰਾਂ 'ਚੋਂ ਨਿਕਲਦੇ ਸਨ ਬੱਚੇ, ਜਦੋਂ ਸਤਿ ਸੰਗਤ ਵਿੱਚ ਆਉਂਦੇ ਸਨ, ਗੁਰਬਾਣੀ ਸੁਣਦੇ ਸਨ, ਉਹਨਾਂ ਅੰਦਰ ਸੂਰਬੀਰਤਾ ਪੈਦਾ ਹੋ ਜਾਂਦੀ ਸੀ। ਅਸੀਂ ਇੱਕ ਆਮ ਗੱਲ ਕਹਿੰਦੇ ਜੀ, ਜਦੋਂ ਖੰਡੇ ਬਾਟੇ ਦੀ ਪੌਲ ਪ੍ਰਾਪਤ ਕੀਤੀ ਉਦੋਂ ਯੋਧੇ ਬਣੇ। ਖੰਡੇ ਬਾਟੇ ਦੀ ਪੌਲ ਨਾਲ ਯੋਧੇ ਨਹੀਂ ਬਣੇ, ਯੋਧੇ ਤੇ ਪਹਿਲਾਂ ਵੀ ਸਨ ਸਿੱਖ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪੌਲ ਦੇਣ ਤੋਂ ਪਹਿਲਾਂ 2-4 ਲੜਾਈਆਂ ਲੜੀਆਂ ਨੇ। ਭੰਗਾਣੀ ਦੀ ਜੰਗ ਜਿੱਤੀ ਹੈ, ਨਦੌਣ ਦੀ ਜੰਗ ਜਿੱਤੀ ਹੈ, ਹੋਰ ਕਈ ਜੰਗਾਂ ਜਿੱਤੀਆਂ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ 4 ਜੰਗਾਂ ਜਿੱਤੀਆਂ ਨੇ, ਹਕੂਮਤ ਨੂੰ ਹਰਾਇਆ। ਉਦੋਂ ਅਜੇ ਕੌਮ ਐਡੀ ਵੱਡੀ ਤਾਕਤਵਰ ਨਹੀਂ ਸੀ ਜਿੰਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੇਲੇ ਸੀ। ਇਹਦਾ ਮਤਲਬ ਕਿ ਇਹ ਸੂਰਬੀਰਤਾ ਜਿਹੜੀ ਹੈ ਇੱਕ ਆਚਾਰ ਹੈ, ਚਲਨ ਹੈ, ਸੁਭਾਵ ਹੈ। ਸੂਰਬੀਰਤਾ ਦਾ ਸੰਬੰਧ ਕੇਵਲ ਹਥਿਆਰਾਂ ਨਾਲ ਨਹੀਂ ਹੈ। ਸੂਰਬੀਰਤਾ ਦਾ ਸੰਬੰਧ ਕੇਵਲ ਬਾਹਰਲੇ ਕੱਪੜਿਆਂ ਨਾਲ ਨਹੀਂ ਹੈ। ਸੂਰਬੀਰਤਾ ਦਾ ਸੰਬੰਧ ਤਾਂ ਤੁਹਾਡੀ ਸੁਸਾਇਟੀ ਨਾਲ, ਸੰਗਤ ਨਾਲ, ਸੋਚ ਨਾਲ ਹੈ। ਜਦੋਂ ਤੁਸੀਂ ਰੋਜ਼ ਗੁਰਬਾਣੀ ਪੜੋਗੇ, ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਖਟ ਮਰੈ ਕਬੂ ਨਾ ਛਾੜੇ ਖੇਤ। ਗੁਰੂ ਕੇ ਇਹ ਬਚਨ ਮਨੁੱਖ ਦੇ ਅੰਦਰ ਸੂਰਬੀਰਤਾ ਪੈਦਾ ਕਰਦੇ ਨੇ। ਸਤਿਗੁਰੂ ਜੀ ਦੀ ਗੱਲ ਕਰ ਰਹੇ ਸਾਂ ਕਿ ਜਦੋਂ ਸੰਗਤ ਵਿੱਚ ਆਏ, ਫਿਰ ਕੀ ਹੋਇਆ ਕਿ ਅੰਦਰੋਂ ਉਹ ਸ਼ਿਕਾਰੀ ਬਿਰਤੀ ਪੈਦਾ ਹੋ ਗਈ। ਫਿਰ ਮਿਰਗ ਪਕਰੇ ਘਰ ਆਣੇ ਹਾਠ। ਆਪਣੇ ਅੰਦਰ ਜਿਹੜੇ 5 ਮਿਰਗ ਸਨ ਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਨੂੰ ਪਕੜ ਲਿਆ। ਇਹਨਾਂ ਨੂੰ ਫੜ ਕੇ ਲੈ ਆਂਦਾ ਆਪਣੇ ਅੰਦਰ। ਜਿਹੜੇ ਭੱਜੇ ਫਿਰਦੇ ਸਨ, ਭਜਾਈ ਫਿਰਦੇ, ਦੁਖੀ ਕਰਦੇ ਸਨ, ਇਹਨਾਂ ਨੂੰ ਕਾਬੂ ਕਰ ਲਿਆ। ਹੁਣ ਚੁੱਕ ਚੁੱਕ ਲੈ ਗਏ ਬਾਂਡੇ ਬਾਠ। ਜਿਹੜੇ ਸ਼ਿਕਾਰ ਕਰਨ ਵਾਲੇ ਲੋਕ ਨੇ ਉਹ ਮਾਰ ਕੇ ਇਹਨਾਂ ਨੂੰ ਖਾ ਜਾਂਦੇ ਨੇ, ਵੰਡ ਵੁੰਡ ਲੈਂਦੇ ਨੇ। ਪਰ ਇੱਥੇ ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਜਿਹੜੇ ਕਾਬੂ ਕੀਤੇ ਨਾ, ਜਿਹੜੇ ਸਤ ਸੰਗੀ ਸਨ ਆਏ, ਜਿਨ੍ਹਾਂ ਨਾਲ ਆਪਾਂ ਬੈਠੇ ਸਨ, ਉਹ ਵੰਡ ਕੇ ਲੈ ਗਏ ਇਹਨਾਂ ਨੂੰ। ਇਹਨਾਂ ਦੇ ਬਦਲੇ ਕੀ ਮਿਲਿਆ? ਸੰਤੋਖ ਪੈਦਾ ਹੋ ਗਿਆ, ਅੰਦਰ ਨਿਮਰਤਾ ਪੈਦਾ ਹੋ ਗਈ, ਅੰਦਰ ਹਲੀਮੀ ਪੈਦਾ ਹੋ ਗਈ, ਅੰਦਰ ਸਹਿਣਸ਼ੀਲਤਾ ਪੈਦਾ ਹੋ ਗਈ, ਅੰਦਰ ਪ੍ਰੇਮ ਪੈਦਾ ਹੋ ਗਿਆ। ਔਰ ਇਹ ਜਿਹੜੇ ਸਨ ਨਾ 5 ਮਿਰਗ, ਇਹਨਾਂ ਨੂੰ ਵੰਡ ਦਿੱਤਾ, ਬਾਹਰ ਦੂਰ ਕਰ ਦਿੱਤਾ, ਖਤਮ ਕਰ ਦਿੱਤਾ। ਇਹ ਅਹੇਰਾ ਕੀਨੋ ਦਾਨ। ਅਹੇਰਾ ਕਹਿੰਦੇ ਨੇ ਸ਼ਿਕਾਰ ਨੂੰ। ਹੁਣ ਸਤ ਸੰਗਤ ਦੇ ਰਾਹੀਂ ਇਹਨਾਂ ਮਿਰਗਾਂ ਤੇ ਜਿੱਤ ਪ੍ਰਾਪਤ ਕੀਤੀ, ਮਿਰਗਣੀਆਂ ਤੇ ਜਿੱਤ ਪ੍ਰਾਪਤ ਕੀਤੀ, ਇਹਨਾਂ ਨੂੰ ਕਾਬੂ ਕੀਤਾ, ਇਹਨਾਂ ਦਾ ਸ਼ਿਕਾਰ ਕੀਤਾ। ਤੇ ਮੈਨੂੰ ਉਹਨਾਂ ਸਤਿਪੁਰਖਾਂ ਨੇ, ਸਤ ਸੰਗਤ ਨੇ ਦਾਨ ਦੇ ਦਿੱਤਾ। ਕੀ ਦਾਨ ਦਿੱਤਾ ਮੈਨੂੰ? ਇਹਨਾਂ ਦੇ ਬਦਲੇ ਦਾਨ ਮਿਲ ਗਿਆ ਨਿਮਰਤਾ ਦਾ, ਪਿਆਰ ਦਾ, ਰੱਬੀ ਗੁਣਾਂ ਦਾ। ਤੇ ਜਦੋਂ ਅੰਦਰੋਂ ਕ੍ਰੋਧ ਖਤਮ ਹੋ ਗਿਆ, ਜਦੋਂ ਅੰਦਰੋਂ ਅਹੰਕਾਰ ਮਿਟ ਗਿਆ, ਜਦੋਂ ਅੰਦਰੋਂ ਈਰਖਾ ਮਿਟ ਗਈ, ਜਦੋਂ ਅੰਦਰੋਂ ਤ੍ਰਿਸ਼ਨਾ ਮਿਟ ਗਈ, ਤੇ ਬਾਕੀ ਕੀ ਰਹਿ ਜਾਏਗਾ? ਬਾਕੀ ਤੇ ਕੇਵਲ ਪਰਮਾਤਮਾ ਰਹਿ ਜਾਏਗਾ। ਪਰਮਾਤਮਾ ਜਾਂ ਪਰਮਾਤਮਾ ਦਾ ਨਾਮ ਹਰ ਮਨੁੱਖ ਦੇ ਅੰਦਰ ਹੈ, ਬਾਹਰ ਨਹੀਂ ਹੈ। ਗੁਰਬਾਣੀ ਦੇ ਬਚਨ ਰੋਜ਼ ਪੜ੍ਹਦੇ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਂ। ਪਰਮਾਤਮਾ ਦਾ ਨਾਮ ਸਾਡੇ ਅੰਦਰ ਹੈ। ਪਰ ਜਿਵੇਂ ਸਰੋਵਰ ਦਾ ਪਾਣੀ ਢੱਕਿਆ ਜਾਂਦਾ, ਨਜ਼ਰ ਨਹੀਂ ਆਉਂਦਾ, ਇਹਨਾਂ ਵਿਕਾਰਾਂ ਦੇ ਪ੍ਰਭਾਵ ਕਰਕੇ ਨਾਮ ਦਾ ਸਾਨੂੰ ਖਿਆਲ ਹੀ ਨਹੀਂ ਹੈ, ਨਾਮ ਦੀ ਸਾਨੂੰ ਸੋਝੀ ਨਹੀਂ ਹੈ। ਹਨੇਰਾ ਸੀ, ਪਤਾ ਹੀ ਨਹੀਂ ਲੱਗਿਆ ਅੰਦਰ ਆਵੇ ਗੁਰੂ ਦਾ ਨਾਮ ਹੈਗਾ। ਜਦੋਂ ਸਤ ਸੰਗਤ ਵਿੱਚ ਆਏ, ਇਹਨਾਂ ਦਾ ਪ੍ਰਭਾਵ ਮਿਟਿਆ ਸਾਡੇ ਤੋਂ। ਜਿੱਦਾਂ ਦੀ ਸੰਗਤ ਵਿੱਚ ਬੈਠੋਗੇ ਉਦਾਂ ਦੀ ਰੰਗਤ ਤੁਹਾਨੂੰ ਚੜ੍ਹੇਗੀ, ਉਦਾਂ ਦਾ ਸੁਭਾਅ ਤੁਹਾਡਾ ਬਣਦਾ ਜਾਏਗਾ। ਅਮਲੀਆਂ ਕੋਲ ਬੈਠਣ ਵਾਲਾ ਸਹਿਜੇ ਸਹਿਜੇ ਅਮਲੀ
बन ही जाएगा। चोरां कोल बैठण वाला सहजे सहजे चोरी दीयां गल्लां सिख लएगा, ठग्गां कोल बैठण वाला ठगी सिख लएगा। सत संगत विच रब दी गल करन वालियां कोल बैठ के सहजे सहजे रब वाला सुभाव दा बन जाएगा। साहब जी कहंदे जदों सत संगत विच आए, अंदरों रब्बी सुभाव प्रगट हो गया ते इन्हां दा जोर अपने आप घट गया, ये काबू च आ गए, कमजोर हो गए। इन्हां नूं कमजोर करन दा तरीका ही सत संगत है। बेअंत रिखी मुनि तपस्वी होए ने, उन्हां दा इतिहास पढ़दे आ, जिन्हां ने सारियां उमरां जिहड़ियां तप करन ते लगा दित्तियां, लेकिन इहदे बावजूद वो अहंकार तो ना बच सके, वो विकारां तो ना बच सके। बड़ियां कहानियां भरियां पईयां ने वड्डे वड्डे तपस्वियां दियां, जिन्हां ने सैकड़े साल जिहड़े सी वो जंगलां 'च कढ दित्ते, लेकिन विकारां दे ढेर चढ़ के उन्हां दा सब कुछ जिंदगी जिहड़ी वो खत्म हो गई। ਉਹਨੂੰ ਜਿੱਤਣ ਦੇ ਲਈ ਸਭ ਤੋਂ ਪਹਿਲਾਂ ਸਾਡੇ ਸਤਿਗੁਰੂ ਜੀ ਨੇ ਅੰਦਰੋਂ ਵਾਹਿਗੁਰੂ ਜੀ ਦੇ ਪਿਆਰ ਜੁੜਨ ਦੀ ਗੱਲ ਕਹੀ ਹੈ, ਤੇ ਵਾਹਿਗੁਰੂ ਜੀ ਦੇ ਪਿਆਰ ਜੁੜਨ ਦਾ ਸਭ ਤੋਂ ਵਧੀਆ ਤਰੀਕਾ ਸਤ ਸੰਗਤ ਹੈ। ਸਤ ਸੰਗਤ ਵਿੱਚ ਆ ਕੇ ਵਾਰ-ਵਾਰ ਅਸੀਂ ਪ੍ਰਮਾਤਮਾ ਦੇ ਗੁਣਾਂ ਦੀ ਗੱਲ ਸੁਣਦੇ ਹਾਂ, ਪ੍ਰਮਾਤਮਾ ਦੀ ਸਿਫਤ ਸਲਾਹ ਸੁਣਦੇ ਹਾਂ, ਸੁਣਦੇ ਹਾਂ ਉਹਦਾ ਪ੍ਰਭਾਵ ਸਾਡੇ ਮਨ ਤੇ ਪੈਂਦਾ ਹੈ, ਸਾਡਾ ਮਨ ਉਹਨਾਂ ਦੇ ਨਾਲ ਜੁੜਨਾ ਸ਼ੁਰੂ ਹੋ ਜਾਂਦਾ ਹੈ, ਸਾਡੇ ਅੰਦਰ ਫਿਰ ਰੱਬੀ ਗਿਆਨ ਹੋ ਜਾਂਦਾ ਹੈ, ਸੋਝੀ ਹੋ ਜਾਂਦੀ ਹੈ। साहब जी कहते हैं सत संगत विच आए यह अहेरा कीनो दान, अहेरा मैना शिकार जिहड़ा काबू किया होया सी, मारिया होया सी, मैनू रब्बी प्यारिया ने ये अहेरा ये शिकार दे दिता दान वजों। ते फिर नानक कह घर केवल नाम, हुण ते नानक दे घर विच केवल वाहिगुरू जी दा नाम ही है भाई, वाहिगुरू जी दे नाम तो बिना होर कोई गल नहीं है। इत्थे हुण एडी वड्डी जित प्राप्त हो गई। सतगुरू जी ने जिथे अखाड़े दा अलंकार बनिया ना कि वात वजन टमक फेरियां, मल लथे लहंदे फेरियां, निहते पंज जवान मैं गुर थापी दिती कंड जियो। उत्थे अगे आके कंड हुण कोई उच्ची सिर करके नहीं चल सकता, इत्थे हुण ते हलेमी राज हो गया। जदों मनुख दे अंदर परमात्मा दा प्यार वस जाएगा, जदों गुरबाणी दा प्रभाव वस जाएगा, फिर ये अंदर ईर्खा नहीं आएगी, अंदर फिर लोभ नहीं आएगा, अंदर फिर क्रोध नहीं आएगा, अंदर फिर विकार नहीं आउणगे। हाँ, अंदर वीर रस जरूर आएगा। इहदा ये नहीं मतलब कि बंदा डरपोक बन जाता है। फिर किसी गरीब ते जुल्म होएगा ते बंदे दे मन च उहदे प्रति दर्द आएगा, उहदे दर्द नूं दूर करने के लिए मनुख दे अंदर जोश आएगा। इस करके साडे सतगुरु जी ने साडे अंदरों उस अखेर बिरती नूं पैदा करन दे लई, शिकारी बिरती नूं पैदा करन दे लई कि आप सब तो पहला अपने अंदरले वैरियां का शिकार कर सकीए, उन्हां ते जित प्राप्त कर सकीए। जे उन्हां ते जित प्राप्त ना की तो आप जिंदगी की बाजी हार जावांगे। बाहरलियां मल्लां मारनियां, बाहरलियां लड़ाइयां करनियां, इहदे नाल कोई योद्धा नहीं बन जाएगा। बड़े बड़े लोग इहो जिहे धरती ते होए ने जिन्हां ने अपने तलवार के जोर नाल बड़ियां जित्तां प्राप्त कीतियां, बड़े कतलेआम कीते, पर उन्हां नूं कोई चेते नहीं करदा। गुरबाणी च जिक्र है कि जीत फिरे सब देश सान को बाढ़ टोल मृदंग निगारे, गोहित गोड़ गजानिक सुंदर हिंस थी है राज हजारे, भारी पजान के भूप लिविद कौन गने नहीं जात विचारे, एते पैत कहाँ पी भूतंत को नांगे ही पाई पधारे। ਇਹੋ ਜਿਹੇ ਜੇ ਜੇਤੂ ਹੋ ਵੀ ਗਏ ਨੇ ਤੇ ਅਖੀਰ ਤੇ ਇਸ ਧਰਤੀ ਤੋਂ ਨੰਗੇ ਪੈਰੀ ਗਏ ਨੇ, ਕੋਈ ਮਾਣ ਤਾਣ ਨਹੀਂ ਲੈ ਕੇ ਗਏ, ਜ਼ਿੰਦਗੀ ਦੀ ਬਾਜੀ ਹਾਰ ਕੇ ਗਏ ਨੇ। ਜ਼ਿੰਦਗੀ ਦੀ ਬਾਜੀ ਜਿੱਤਣ ਦੇ ਲਈ ਸਾਡੇ ਸਤਿਗੁਰੂ ਜੀ ਨੇ ਸਾਨੂੰ ਦਿੱਤੀ ਹੈ ਸਤ ਸੰਗਤ। ਮੈਂ ਅਕਸਰ ਬੇਨਤੀ ਕਰ ਦਿੰਦਾ ਕਿ ਸਤ ਸੰਗਤ ਬਹੁਤ ਮਹਾਨ ਹੈ। ਕਿੰਨੀ ਮਹਾਨ ਹੈ, ਤੁਸੀਂ ਕਿਸੇ ਵੀ ਗ੍ਰੰਥ ਨੂੰ ਪੜ੍ਹ ਕੇ, ਧਰਮ ਗ੍ਰੰਥ ਨੂੰ ਪੜ੍ਹ ਕੇ ਦੇਖ ਲਓ, ਪੁਰਾਣਾਂ 'ਚ ਵੀ ਸਤ ਸੰਗਤ ਦੀ ਵਡਿਆਈ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਵੱਡੇ ਪੱਧਰ ਤੇ ਸਾਨੂੰ ਸਤ ਸੰਗਤ ਦਿੱਤੀ ਹੈ। ਸਤਿਗੁਰੂ ਜੀ ਜਿੱਥੇ ਜਾਂਦੇ ਸਨ ਕਿਆ ਕਰਦੇ ਪਈ, ਦੋਏ ਵੇਲੇ ਸਤ ਸੰਗਤ ਕਰਿਆ ਕਰੋ, ਧਰਮਸਾਲ ਬਣਾਓ। ਧਰਮਸਾਲ ਦਾ ਅਰਥ ਕਿ ਗੁਰਦੁਆਰੇ ਬਣਾਓ, ਗੁਰਦੁਆਰੇ ਬਣਾ ਕੇ ਸਤ ਸੰਗਤ ਕਰਿਆ ਕਰੋ। ਗੁਰਦੁਆਰੇ ਆਉਣਾ ਵਡਭਾਗੀਆਂ ਨੂੰ ਪ੍ਰਾਪਤ ਹੁੰਦਾ ਹੈ, ਪਰ ਮਤਾਂ ਸੋਚਣਾ ਆਏ ਮੱਥਾ ਟੇਕ ਕੇ ਚਲੇ ਗਏ ਤੇ ਗੱਲ ਬਣ ਜਾਏਗੀ। ਚਲੋ ਜੀ ਆਇਆਂ ਨੂੰ ਕੋਈ ਮਾੜੀ ਗੱਲ ਨਹੀਂ ਹੈ, पर जे तुसी जिंदगी दे अंदर कुछ प्राप्त करना, जिवें बच्चा स्कूल जाके बैठेगा तो तां ही कुछ सिखेगा ना, तो जे गेड़ी ला के आ जाएगा उन्होंने की मिलेगा? वो कोई डॉक्टर तो नहीं बन जाएगा गेड़ी लाया, जिन्नियां मर्जी गेड़ियां लाई जाए। असीं गेड़ियां बड़ियां लाउने आ, कई आओ उत्थों तुरदे उत्थे मत्था टेकदे, इत्थे टेक के गेड़ी जी ला के प्रसाद लैके चल जाते। चलो जी आया नूं माड़ा कोई नहीं है, भाई जे आपां जिंदगी दे अंदर आत्मक सुख मानना, जे सफलता प्राप्त करनी है, एक प्रण करिए। जो गुरुद्वारे आए कुछ चिर बैठ के गुरबाणी के कीर्तन विच जुड़ना है। गुरबाणी की जो विचार चल रही कोई सुनने का यत्न करना है। थोड़ा थोड़ा यत्न करांगे ना, थोड़ा थोड़ा यत्न, तो निका निका यत्न ही साडा वड्डा बन जाएगा। बूंद बूंद नाल तलाब भर जाता है।
जे रोज आपां 5-7 मिनट बैठ के भी गुरु की गल सुन ली शुरू करती, बहुता बैठीए तो वड्डे भाग ने, एक गल भी सुन ली तो महीने दी 30 गल्लां ते अपने आप ही सानू आ जाणगियां। हुण बहुते मेरे वर्गे रोज आउंदे ने गुरुद्वारे, सानू 30 गल्लां चेते नहीं होणगियां। आपां क्योंकि कदी सोचे नहीं कि लैण लई क्यों नहीं सोचदे, प्रसाद लैना ही गुरुद्वारे आउणा है, मत्था टेकना ही गुरुद्वारे आउणा है। चलो होर वड्डी गल ते इक कीमती रुमाला गुरु साहब नूं चढ़ा दिओ, बहुत वड्डी सेवा होगी, हुण वड्डी हाज़री साडी लग जाएगी, किते लंगर करा दिओ, मुबारक है सब कुछ। पर गुरुद्वारे आउणा ते तां गिणिया जाएगा जदों गुरु दी गल नूं आपां सुणांगे। जे गुरु की गल नहीं सुनी, जिवें टीचर नूं सुनिया ही नहीं है, तो कोई बच्चा पास नहीं हो सकेगा। आपां तां ही ते पास नहीं हो रहे, 30 कुछ सालां दे, कोई 40 सालां दे, मेरे अगे 50 सालां दे घसे ते वांगू उत्थे ही तुरे फिरदे, आपां उदों अगे चले ही नहीं। साडे जीवन के अंदर कोई क्रांति नहीं आई, कोई बदलाव नहीं आया। साडा समाज दिनों दिन होर डिगदा जा रहा है, समाजिक तौर पर असीं ऐ लीरो लीर होई जा रहे हैं, परिवारक तौर पर भी आपां देखदे हालात साडे की बन रहे हैं। उहदा इक्को एक कारण है, गुरुद्वारे बहुत आए, गुरुद्वारे बहुत बनाए, पर गुरुद्वारे आके आपां गुरु की गल सुनी घट है, गुरु की गल नूं विचारिया घट है। जिन्ना चिर गुरु की गल नूं नहीं विचारदे, उन्ना चिर साडे अंदर वो बिरती, वो सुभाव प्रगट नहीं होना जिहड़ा बुराइयां ते जित प्राप्त करन दी गल करे। पहला मन अंदरलियां बुराइयां ते जित प्राप्त करनी है, फिर समाज विचलियां बुराइयां ते जित प्राप्त करनी है। जिहड़ा मन दीयां बुराइयां ते जित प्राप्त करेगा, उही समाज विचों बुराइयां नूं दूर कर सकेगा। ते जिन्हें मन दीयां बुराइयां नूं नहीं जित्तिया, भावें जिन्ने मर्जी वड्डे रुतबे दे बैठ जाए, उत्थे बैठ के बुराइयां ही करेगा, बुरे लोगों की मदद ही करेगा, वो चंगी गल कर ही नहीं सकता। अज आपां देखदे उही लोग ने रुतबियां ते जिहड़े बुरियां गल्लां नाल जुड़े हुए ने, हेरा फेरी नाल, ठगियां ठोरियां नाल, शराबां पिया के, नशे पिया के रुतबे लै ले जांदे ने। ते यही कुछ अगे फिर आपां कहने साडा समाज जी, साडा पंजाब जी नशियां दा घर बन रहा। किन्ने बनाया नशियां दा घर? आप ही तो बनाया असीं। इस करके जे इन्हां बुराइयां तो बचना है, जे समाज नूं आपां वधिया बनाउणा है, तो पहलां आप वधिया बनना पएगा, अपने अंदरलियां बुराइयां नूं जितना पएगा। जदों अपने अंदरलियां बुराइयां ते जित प्राप्त कर ली सत संगत दे राहीं, तो फिर बाहरलियां बुराइयां दे लई भी संघर्ष मनुख जरूर करदा है। जिहड़ा सच नाल जुड़िया, सच की खातर संघर्ष करदा है। साहब कहंदे जदों सत संगत की कृपा दे नाल अपने अंदरले इन्हां विकारां नूं, पशुआं नूं, जानवरां नूं काबू कर लिया, फिर की हो गया मेरे अंदर? नानक कै घर केवल नाम। भई दास नानक दे घर च तक केवल हुण नाम है, परमात्मा की गल है। नाम का अर्थ कायरता नहीं है, नाम का अर्थ मनुख अंदरों निरभौ बन जाता है, निर्वैर हो जाता है, मनुख अंदरों गरीब नवाज बन जाता है और लोगों की खातिर संघर्ष करता है। नाम जपण वालियां दा इतिहास पढ़ो, भाई मनी सिंह जी वर्गे महान नाम सिमरन करने वाले, बाबा भाई तारू सिंह जी, बाबा दीप सिंह जी, होर बेअंत योधियां का इतिहास भरिया पिया है, जिन्हां ने आप अपने अंदरलियां नूं काबू करके फिर दुनिया दे विचों बुराइयां नूं दूर करन दे लई अपने सिर तदी ते लैके संघर्ष किया। सतगुरु जी दे ये बचन साडे हिरदे च वसन जी। इन्नियां बेनतियां प्रवान करनियां, भुल्लां चुक्कां दी खिमा। सतगुरु सारियां नूं अपने दरों करो नाम बाणी दा प्यार बख्श के किरतार्थ करन जी। प्यार सहित सारे ही बुलाओ। वाहिगुरु जी का खालसा, वाहिगुरु जी की फतेह।